ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਮੈਂ ਜਤਿੰਦਰ ਸਿੰਘ ਖਹਿਰਾ ਤੇ ਸਵਾਗਤ ਹੈ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਮੁੱਦਾ। ਤੇ ਸਭ ਤੋਂ ਪਹਿਲਾਂ ਖੈਰ ਸਾਹਿਬ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਪਹਿਲੀ ਵਾਰ ਲਾਈਵ ਹੋਏ ਹਾਂ ਇਸ ਚੈਨਲ ਦੇ ਜ਼ਰੀਏ, ਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਚੈਨਲ ਨੂੰ ਜਿਹੜੇ ਪਿਆਰ ਕਰਦੇ ਨੇ, ਇਸ ਪ੍ਰੋਗਰਾਮ ਨੂੰ ਕਾਫੀ ਪਿਆਰ ਕਰਦੇ ਨੇ, ਉਹਨਾਂ ਲਈ ਚੰਗੀ ਖਬਰ ਹੈ ਕਿ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਸਾਰੇ ਜਿਹੜੇ ਪ੍ਰੋਗਰਾਮ ਸਾਡੇ ਹੋਣਗੇ ਉਹ ਲਾਈਵ ਤੁਹਾਡੇ ਨਾਲ ਮੁਖਾਤਿਬ ਹੋਇਆ ਕਰਾਂਗੇ। ਸੋ ਮੁੱਦੇ ਵਿੱਚ ਖੈਰ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜਾ ਕਿਸਾਨੀ ਮੁੱਦਾ ਹੈ ਉਹ ਇੰਟਰਨੈਸ਼ਨਲ ਮੁੱਦਾ ਬਣ ਚੁੱਕਿਆ। ਕਿਉਂਕਿ ਮੋਹਿਤ ਜੀ ਸੌਰੀ ਮੈਂ ਤੁਹਾਨੂੰ ਟੋਕ ਰਿਹਾ ਆ, ਪਰ ਮੈਨੂੰ ਲੱਗਦਾ ਕਿ ਨਾਲ ਹੀ ਸਾਨੂੰ ਗਲਤੀ ਵੀ ਮੰਗ ਲੈਣੀ ਚਾਹੀਦੀ ਹੈ ਕਿ ਜੇ ਕੋਈ ਗੁਸਤਾਖੀ ਹੁੰਦੀ ਹੈ ਜਾਂ ਗਲਤੀ ਹੁੰਦੀ ਆ ਤੇ ਇਹ ਪਹਿਲਾ ਪ੍ਰੋਗਰਾਮ ਹੈ, ਪਹਿਲਾ ਲਾਈਵ ਹੈ, ਤੇ ਜਿਹੜਾ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਦੇਖ ਕੇ ਝੱਲ ਕੇ ਮਾਫ ਕਰ ਦਿਓ ਜੀ। ਵਾਕਈ ਜਦੋਂ ਤੁਸੀਂ ਮੁੱਦੇ ਦੀ ਗੱਲ ਕਰ ਰਹੇ ਹੋ ਤਾਂ ਫਿਰ ਜੋ ਤੁਸੀਂ ਗੱਲ ਕਰ ਰਹੇ ਹੋ ਕਿਸਾਨੀ ਮੁੱਦੇ ਦੀ, ਤੇ ਉਹ ਵਾਕਈ ਸਹੀ ਮੁੱਦਾ ਹੈ ਜੀ। ਵਾਕਈ ਇੰਟਰਨੈਸ਼ਨਲ ਮੁੱਦਾ ਬਣ ਚੁੱਕਾ ਹੈ, ਕਿਉਂਕਿ ਜਿਹੜੀ ਇੰਟਰਨੈਸ਼ਨਲ ਪੌਪ ਸਟਾਰ ਜਿਹੜੀ ਰਿਹਾਨਾ ਹੈ, ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਤੇ ਇੰਸਟਾਗ੍ਰਾਮ ਹੈਂਡਲ ਤੋਂ ਕਿਸਾਨੀ ਮੁੱਦੇ ਨੂੰ ਚੱਕਿਆ ਤੇ ਕਿਹਾ ਕਿ ਅਸੀਂ ਲੋਕ ਇਹਦੇ ਬਾਰੇ ਕਿਉਂ ਨਹੀਂ ਗੱਲ ਕਰ ਰਹੇ। ਕਿਉਂਕਿ ਹਰ ਇੱਕ ਨੂੰ ਪਤਾ ਹੈ ਕਿ ਅਮਰੀਕਾ ਵਿੱਚ ਜਦੋਂ ਬਲੈਕ ਲਾਈਵਸ ਮੈਟਰ ਦੀ ਗੱਲ ਹੋਈ ਸੀਗੀ ਤੇ ਹਰ ਇੱਕ ਲੋਕ ਨੇ ਜਿਹੜੀ ਦੁਨੀਆ ਜਿੱਥੇ ਮਰਜ਼ੀ ਬੈਠੇ ਸੀਗੇ ਉਹ ਹਰ ਇੱਕ ਨੇ ਉਸ ਖਬਰ ਨੂੰ ਦੁਬਾਰਾ ਰੀਪੋਸਟ ਕੀਤਾ ਸੀਗਾ, ਰੀਸ਼ੇਅਰ ਕੀਤਾ ਸੀਗਾ। ਤੇ ਹੁਣ ਕਿਸਾਨੀ ਮੁੱਦਾ ਸੀ, ਨੋ ਡਾਊਟ ਪਹਿਲਾਂ ਵੀ ਇੰਟਰਨੈਸ਼ਨਲ ਮੁੱਦਾ ਬਣ ਚੁੱਕਿਆ, ਕਾਫੀ ਸਾਰੇ ਲੋਕ ਉਸ ਨੂੰ ਸ਼ੇਅਰ ਕਰ ਚੁੱਕੇ ਨੇ, ਇਸ ਬਾਰੇ ਬੋਲ ਚੁੱਕੇ ਨੇ, ਪੋਲੀਟੀਸ਼ੀਅਨ ਬੋਲ ਚੁੱਕੇ ਨੇ। ਬਟ ਹੁਣ ਐਡੇ ਵੱਡੇ ਮੈਂ ਕਹਿੰਦਾ ਪੌਪ ਸਟਾਰ ਦਾ ਬੋਲਣਾ ਇੱਕ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਹਾਲਾਂਕਿ ਜਿਹੜਾ BJP IT ਸੈੱਲ ਹੈ ਉਹਦੇ ਥੱਲੇ ਜਾ ਕੇ ਵੀ ਕਮੈਂਟਸ ਕਰ ਰਿਹਾ ਵਾ, ਉੱਥੇ ਜਾ ਕੇ ਵੀ ਉਹਨਾਂ ਨੂੰ ਬੋਲ ਰਿਹਾ ਵਾ, ਮੰਦਭਾਗਾ ਬੋਲ ਰਿਹਾ ਵਾ ਕਿ ਤੁਸੀਂ ਤਾਂ ਜੀ ਹੋਰ ਕਮਿਊਨਿਟੀ ਤੋਂ ਇਹ ਉਹ ਆ, ਤੁਹਾਨੂੰ ਮੁੱਦਾ ਨਹੀਂ ਪਤਾ ਅਸਲੀ। ਪਰ ਮੁੱਦਾ ਹੁਣ ਹਰ ਇੱਕ ਨੂੰ ਪਤਾ ਚੱਲ ਗਿਆ, ਜਿਹਨਾਂ ਨੂੰ ਨਹੀਂ ਪਤਾ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਦੱਸਦੇ ਰਵਾਂਗੇ ਕਿ ਮੁੱਦਾ ਅਸਲੀ ਕੀ ਹੈ। ਅਸੀਂ ਗੱਲ ਕੀਤੀ ਹੈ ਕਿ ਰਿਹਾਨਾ ਵਰਗੇ ਜਿਹੜੇ ਪੌਪ ਸਟਾਰ ਨੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਜਾਂ ਆਪਣੇ ਹੋਰ ਸੋਸ਼ਲ ਮੀਡੀਆ ਦੇ ਉੱਪਰ ਕਿਸਾਨੀ ਮੁੱਦੇ ਨੂੰ ਛੇੜਿਆ, ਸ਼ੇਅਰ ਕੀਤਾ। ਇਸ ਤੋਂ ਇਲਾਵਾ ਜਿਹੜੇ ਗ੍ਰੈਟਾ ਥਨਬਰਗ ਨੇ, ਜੋ ਕਿ ਸਭ ਤੋਂ ਛੋਟੀ ਏਜ ਦੇ ਵਿੱਚ ਇੱਕ ਮੈਂ ਕਹਿੰਦਾ ਵਰਲਡ ਵਾਈਡ ਉਹਨਾਂ ਨੇ ਆਪਣੀ ਜਿਹੜੀ ਨਾਮ ਬਣਾ ਲਿਆ ਸੀਗਾ, ਕਿਉਂਕਿ ਇੱਕ ਇਨਵਾਇਰਮੈਂਟਲਿਸਟ ਸੀਗੇ। ਉਹਨਾਂ ਨੇ ਸਿੱਧਾ ਹੀ ਜਿਹੜੇ ਸਾਬਕਾ ਰਾਸ਼ਟਰਪਤੀ ਸੀਗੇ ਅਮਰੀਕਾ ਦੇ ਡੋਨਲਡ ਟਰੰਪ, ਉਹਨਾਂ ਨੂੰ ਚੈਲੰਜ ਕਰ ਦਿੱਤਾ ਸੀਗਾ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਇੱਕ ਚੰਗੇ ਭਵਿੱਖ ਲਈ ਨਹੀਂ ਹੈ। ਸੋ ਉਹਨਾਂ ਨੂੰ ਵੀ ਕੁਝ ਨਾ ਕੁਝ ਕਰਨਾ ਪੈ ਗਿਆ ਸੀਗਾ। ਐਂਡ ਪੂਰੀ ਜਿਹੜੀ ਪੂਰੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਵੀ ਉਹਨਾਂ ਨੂੰ ਬੁਲਾਇਆ ਗਿਆ ਸੀਗਾ। ਸੋ ਇੱਕ ਚੰਗਾ ਨਾਂ ਬਣ ਚੁੱਕਿਆ। ਉਹਨਾਂ ਨੇ ਵੀ ਕੱਲ ਜਿਹੜਾ ਕਿਸਾਨੀ ਮੁੱਦਾ ਹੈ ਉਸ ਦੀ ਪੋਸਟ ਨੂੰ ਸ਼ੇਅਰ ਕੀਤਾ। ਸੋ ਵੱਡੀ ਗੱਲ ਹੈ ਖਹਿਰਾ ਸਾਹਿਬ, ਵਾਕਈ ਬਹੁਤ ਵੱਡੀ ਗੱਲ ਹੈ। ਔਰ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਸਟਾਰ ਨੇ ਬਾਲੀਵੁੱਡ ਵਰਗੇ ਸਟਾਰ, ਜਿਨ੍ਹਾਂ ਦੇ ਵਿੱਚ ਹੇਮਾ ਮਾਲਿਨੀ ਸਭ ਤੋਂ ਉੱਪਰ ਨਾਮ ਆਉਂਦਾ ਆ, ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸੰਘਰਸ਼ ਕਰ ਰਹੇ ਨੇ ਮੋਹਿਤ ਜੀ, ਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿਹੜੀ ਚੀਜ਼ ਦੇ ਲਈ ਸੰਘਰਸ਼ ਕਰ ਰਹੇ ਨੇ ਜੀ। ਸੋ ਜਦੋਂ ਇੰਟਰਨੈਸ਼ਨਲ ਸੈਲੀਬ੍ਰਿਟੀ ਆ ਕੇ ਰਿਹਾਨਾ ਵਰਗੀ ਪੋਸਟ ਕਰਦੀ ਹੈ ਕਿ ਅਸੀਂ ਇਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ, ਤੇ ਫਿਰ ਇਹ ਪਤਾ ਲੱਗ ਜਾਂਦਾ ਕਿ ਉਹਨਾਂ ਨੂੰ ਵੀ ਪਤਾ ਹੈ ਹੁਣ ਮੁੱਦਾ ਕੀ ਹੈ। ਤੇ ਜਿਹੜੇ ਉੱਥੇ ਸੰਘਰਸ਼ ਕਰ ਰਹੇ ਨੇ ਉਹਨਾਂ ਨੇ ਮੁੱਦਾ ਬਣਾਇਆ ਹੈ, ਮੁੱਦਾ ਚੰਗਾ ਹੈ, ਇਸ ਕਰਕੇ ਹੀ ਤਾਂ ਇਸ ਦੁਨੀਆ ਭਰ ਦੇ ਵਿੱਚ ਨਾਂ ਚਮਕਾ ਰਿਹਾ ਹੈ। ਸੋ ਮੈਨੂੰ ਲੱਗਦਾ ਕਿ ਇੱਕ ਤਰੀਕੇ ਨਾਲ ਸੂਰਜ ਹੈ, ਇਹ ਚੜ੍ਹਦਾ ਸੂਰਜ ਹੈ ਜਿਹੜਾ ਹਰ ਕਿਸੇ ਨੂੰ ਦਿਖਣ ਲੱਗ ਪਿਆ ਵੀ ਇਹ ਹੁਣ ਸੂਰਜ ਨੇ ਡੱਕਣਾ ਨਹੀਂ ਹੈਗਾ। ਚਾਹੇ ਕਿੰਨੇ ਵੀ ਬੈਰੀਗੇਡ ਲਾ ਲੈਣ, ਚਾਹੇ ਕਿੰਨੀਆਂ ਵੀ ਜਿਹੜੀਆਂ ਉੱਥੇ ਪਾਣੀ ਦਾ ਵਿਛਾੜਾ ਕਰ ਲੈਣ, ਚਾਹੇ ਕਿੰਨੀਆਂ 144 ਦੀਆਂ ਧਾਰਾਂ ਲਾ ਲੈਣ, ਚਾਹੇ ਕਿੰਨੇ ਵੀ ਜਿਹੜੇ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਦੇ UAPA ਲਾ ਦੇਣ, ਇਹ ਹੁਣ ਸੂਰਜ ਜਿਹੜਾ ਚੜ੍ਹਦਾ ਹੈ ਇਹਨੇ ਆਪਣੀਆਂ ਕਿਰਨਾਂ ਹਰ ਥਾਂ ਵਿਛਾਉਣੀਆਂ ਨੇ। ਔਰ ਦੂਸਰੇ ਬੰਨੇ ਜੋ ਤੁਸੀਂ ਕਹਿੰਦੇ ਹੋ ਕਿ ਆਪਣੀ ਇਸ ਗੱਲ ਕਰਦੇ ਹੋ ਕਿ ਥਨਬਰਗ ਜਿਹੜੀ ਆ ਇੱਕ ਛੋਟੀ ਜਿਹੀ ਬੱਚੀ ਆ ਜਿਹੜੀ ਇੱਕ এনवायरमेंट ਨੂੰ, ਜਿਹੜਾ ਕਿ ਆਪਾਂ ਹੁਣ ਕਹਿ ਲਈਏ ਕਿ ਸਭ ਤੋਂ ਵੱਡਾ ਭੱਖ ਦਾ ਮੁੱਦਾ ਹੈ এনवायरमेंट, ਉਹਦੇ ਉੱਤੇ ਗੱਲ ਕਰਨ ਦੇ ਬਾਰੇ ਉਹ ਗੱਲਾਂ ਕਰਦੀ ਹੈ। ਔਰ ਕਹਿੰਦੀ ਹੈ ਕਿ ਜਿਹੜੀ ਕਾਰਬਨ ਐਮਿਸ਼ਨ ਹੈ ਉਹ ਸਭ ਤੋਂ ਖਤਰਨਾਕ ਹੈ। ਔਰ ਉਹਨੇ ਵੀ ਕਿਹਾ ਕਿ ਜਿਹੜਾ ਇਹ ਗੱਲ ਹੋ ਰਹੀ ਹੈ ਇਹ ਚੰਗੀ ਗੱਲ ਹੋ ਰਹੀ ਹੈ, ਉੱਥੇ ਲੋਕ ਆਪਣੇ ਹੱਕਾਂ ਲਈ ਲੜ ਰਹੇ ਨੇ, ਪਰ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ। ਸੋ ਇਹਦੇ ਨਾਲ ਹੀ ਜਿਹੜਾ ਹੈ ਇੱਕ ਬਹੁਤ ਵੱਡਾ ਇੱਕ ਚੰਗਾ ਮੈਸੇਜ ਦੁਨੀਆ ਭਰ ਦੇ ਵਿੱਚ ਜਾਂਦਾ ਹੈ ਕਿ ਇਹ ਸੰਘਰਸ਼ ਕੱਲਾ ਹੁਣ ਉਹਨਾਂ ਲੋਕਾਂ ਦਾ ਸੰਘਰਸ਼ ਨਹੀਂ ਰਹਿ ਗਿਆ ਜਿਹੜੇ ਭਾਰਤ ਦੇ ਵਿੱਚ ਵੱਸਦੇ ਨੇ ਤੇ ਕਿਸਾਨੀ ਦੇ ਨਾਲ ਜੁੜੇ ਹੋਏ ਨੇ। ਇਹ ਸੰਘਰਸ਼ ਜਿਹੜਾ ਹੈ ਉਹਨਾਂ ਸਾਰੇ ਲੋਕਾਂ ਦਾ ਹੋ ਗਿਆ ਹੈ ਜਿਹੜੇ ਚੰਗੀ ਸੋਚ ਦੇ ਮਾਲਕ ਨੇ। ਅੱਛਾ, ਇੱਕ ਗੱਲ ਜਿਹੜੀ ਹੈ ਸਾਡੇ ਜਿਹੜੇ ਲੋਕ ਅਕਸਰ ਕਰਦੇ ਨੇ, ਮੇਰੇ ਘਰੇ ਅਕਸਰ ਉਹ ਕਹਿੰਦੇ ਨੇ ਕਿ ਸੁਸਾਇਟੀ ਦੇ ਵਿੱਚ ਚੰਗੇ ਲੋਕੀ ਹੁੰਦੇ ਆ, ਇਸ ਕਰਕੇ ਸੁਸਾਇਟੀ ਮੂਵ ਔਨ ਕਰਦੀ ਹੈ। ਹੁਣ ਇਹ ਉਹ ਚੰਗੇ ਲੋਕ ਨੇ ਜਿਹੜੇ ਹੱਕ ਚ ਆ ਕੇ ਬੋਲ ਰਹੇ ਨੇ ਜੀ। ਵਾਕਈ ਜੀ ਖੈਰ ਸਾਹਿਬ, ਉਸ ਤੋਂ ਇਲਾਵਾ ਤੁਸੀਂ ਇੱਕ ਵਾਰੀ ਗੱਲ ਕਹੀ ਸੀਗੀ ਕਿ ਸਰਕਾਰਾਂ ਨੇ ਕਿੰਨੀਆਂ ਵੀ ਪਾਲਿਸੀ ਬਣਾਈਆਂ ਤੇ ਸਰਕਾਰ ਹਰ ਵਾਰ ਕਹਿੰਦੀ ਹੈ ਕਿ ਬਈ ਇਹਨਾਂ ਨੂੰ ਸਮਝ ਨਹੀਂ ਆਈ। ਨੋਟਬੰਦੀ ਕੀਤੀ ਜੀ, ਲੋਕਾਂ ਨੂੰ ਸਮਝ ਨਹੀਂ, ਇਹਦੇ ਤੇ ਫਾਇਦੇ ਬੜੇ ਨੇ। ਤੇ GST ਕੀਤੀ ਜੀ, ਬੈਂਕ ਤੇ ਕਾਰੋਬਾਰੀਆਂ ਨੂੰ ਸਮਝ ਨਹੀਂ, ਇਹਦੇ ਫਾਇਦੇ ਬੜੇ ਨੇ। ਸੋ ਹੁਣ ਖੇਤੀਬਾੜੀ ਦੇ ਕਾਨੂੰਨ ਲਿਆਂਦੇ ਨੇ, ਕਹਿੰਦੇ ਕਿਸਾਨਾਂ ਨੂੰ ਸਮਝ ਨਹੀਂ ਆਈ। ਸੋ ਸਿਰਫ ਇਹਨਾਂ ਨੂੰ ਖੁਦ ਸਮਝ ਆਉਂਦੀ ਹੈ ਕਿ ਹਾਂ ਵੀ ਉਹ ਕੀ ਕਰ ਰਹੇ ਨੇ, ਜਾਂ ਫਿਰ ਜਿਹੜੇ ਕਾਰਪੋਰੇਟ ਘਰਾਣੇ ਜਿਹੜੇ ਨੇ ਉਹਨਾਂ ਨੂੰ ਕਿਵੇਂ ਮੈਂ ਕਹਿੰਦਾ ਇੱਕ ਪ੍ਰੋਫਿਟ ਦੇ ਰਹੇ ਨੇ। ਸਿਰਫ ਸਰਕਾਰਾਂ ਨੂੰ ਤੇ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਸਮਝ ਆਉਂਦੀ ਹੈ ਕਿ ਸਰਕਾਰ ਕੀ ਚਾਹੁੰਦੀ ਹੈ। ਅਦਰਵਾਈਜ਼ ਸਾਡੇ ਵਰਗੇ ਜਾਂ ਤੁਹਾਡੇ ਵਰਗੇ ਲੋਕਾਂ ਨੂੰ ਵਾਕਈ ਸਮਝ ਨਹੀਂ ਆਉਂਦਾ ਕਿ ਮੋਦੀ ਸਰਕਾਰ ਆਖਰ ਕਰਨਾ ਕੀ ਚਾਹੁੰਦੀ ਹੈ। ਪਰ ਮੋਦੀ ਸਰਕਾਰ ਦੇ ਖਿਲਾਫ ਜਿਹੜੀ ਵਿਰੋਧੀ ਧਿਰ ਹੈ ਇੱਕ ਵਾਰ ਫੇਰ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਤੇ ਕੱਲ ਸਰਬ ਜਿਹੜੀ ਪਾਰਟੀ ਮੀਟਿੰਗ ਸੀਗੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਸੱਦੀ ਸੀ, ਜਿਸ ਵਿੱਚ ਕਾਫੀ ਸਾਰੀਆਂ ਜਿਹੜੀ ਵਿਰੋਧੀ ਧਿਰ ਦੀਆਂ ਪਾਰਟੀਆਂ ਸ਼ਾਮਲ ਹੋਈਆਂ। ਹਾਲਾਂਕਿ ਭਾਜਪਾ ਪਾਰਟੀ ਜਿਹੜੀ ਹੈ ਉਸਨੇ ਪਹਿਲਾਂ ਹੀ ਬਾਈਕਾਟ ਕਰਤਾ, ਕਿਉਂਕਿ ਕਹਿੰਦੇ ਕਿ ਬਈ ਚੋਰਾਂ ਨੂੰ ਜੇ ਨਾਲ ਬਿਠਾ ਲਿਆ ਤੇ ਫਿਰ ਗੱਲ ਹੋਰ ਹੋ ਜਾਣੀ ਹੈ, ਕਿਉਂਕਿ ਉਹਨਾਂ ਕਰਕੇ ਤੇ ਸਾਰੇ ਜਿਹੜੇ ਕਾਨੂੰਨ ਨੇ ਉਹ
ਆਏ ਨੇ ਉਹਨਾਂ ਕਰਕੇ ਸਾਰੇ ਜਿਹੜੇ ਲੋਕ ਉੱਥੇ ਬੈਠੇ ਨੇ ਅੰਦੋਲਨ ਕਰ ਰਹੇ ਨੇ ਤੇ ਉਹ ਕਿਵੇਂ ਉਸ ਮੀਟਿੰਗ ਵਿੱਚ ਸ਼ਾਮਲ ਹੋ ਜਾਂਦੇ। ਪਰ ਅਗਰ ਮੋਟੀ-ਮੋਟੀ ਗੱਲ ਕਰੀ ਖਹਿਰਾ ਸਾਹਿਬ ਤੇ ਕੱਲ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ 'ਚ ਕੀ ਲੱਗ ਰਿਹਾ ਕਿ ਕੋਈ ਚੰਗਾ ਨਿਕਲਿਆ ਹੋਏਗਾ ਜਾਂ ਫਿਰ ਇੱਕ ਚੰਗਾ ਮੈਸੇਜ ਗਿਆ ਸੋਸਾਇਟੀ ਦੇ ਵਿੱਚ? ਦੇਖੋ, ਜਦੋਂ ਆਪਾਂ ਲੋਕਤੰਤਰ ਦੀ ਗੱਲ ਕਰਦੇ ਹਾਂ ਤੇ ਲੋਕਤੰਤਰ ਜਿਹੜਾ ਭਾਰਤ ਦਾ ਲੋਕਤੰਤਰ ਹੈ ਉਹ ਅਮਰੀਕਾ ਦੇ ਲੋਕਤੰਤਰ ਤੋਂ ਥੋੜਾ ਜਿਹਾ ਵੱਖਰਾ ਹੈ। ਇੱਥੇ ਸੰਘੀ ਢਾਂਚਾ ਇਦਾਂ ਹੈ ਕਿ ਜਿਵੇਂ ਦੀ ਬਣਤਰ ਸਰਕਾਰ ਦੀ ਸੈਂਟਰ ਦੇ ਵਿੱਚ ਹੈ ਉਦਾਂ ਦੀ ਬਣਤਰ ਜਿਹੜੀ ਹੈ ਉਹ ਸਟੇਟ ਦੇ ਵਿੱਚ ਵੀ ਹੈ। ਉਹ ਪਰ ਇਹ ਕਹਿ ਲਓ ਕਿ ਜਿਹੜੀਆਂ ਸ਼ਕਤੀਆਂ ਨੇ ਉਹ ਥੋੜੀਆਂ ਸੈਂਟਰ ਦੇ ਕੋਲ ਜ਼ਿਆਦੀਆਂ ਨੇ ਔਰ ਕਈ ਵਾਰ ਸੈਂਟਰ ਜਿਹੜੀ ਆ ਓਵਰ ਰੂਲ ਕਰ ਸਕਦੀ ਹੈ ਸਟੇਟ ਨੂੰ। ਇਸ ਕਰਕੇ ਜਦੋਂ ਸਰਬ ਪਾਰਟੀ ਬੈਠਕ ਹੁੰਦੀ ਹੈ, ਕੱਲ ਵਿਗਿਆਨ ਭਵਨ ਦੇ ਵਿੱਚ ਹੋਈ ਹੈ, ਜਦੋਂ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਨੇ ਜਿਹੜਾ ਹੈ ਉਹ ਉਹਦੇ ਵਿੱਚ ਨਹੀਂ ਸ਼ਿਰਕਤ ਕੀਤੀ, ਔਰ ਜਦੋਂ ਸਰਬ ਪਾਰਟੀ ਬੈਠਕ ਹੋਵੇ ਔਰ ਬੈਠਕ ਦਾ ਜਿਹੜਾ ਇੱਕ ਨਤੀਜਾ ਹੈ ਉਹ ਉਸ ਲੋਕਾਂ ਦੇ ਹੱਕ ਵਿੱਚ ਆਵੇ ਜਿਹੜੇ 2 ਮਹੀਨੇ ਤੋਂ ਵੱਧ ਦੇ ਸਮੇਂ ਦੇ ਤੋਂ ਸੜਕਾਂ ਤੇ ਬੈਠੇ ਨੇ, ਤਾਂ ਇੱਕ ਚੰਗਾ ਸਵਾਗਤ ਵਾਲਾ ਕੰਮ ਹੈ। ਔਰ ਉਹਨਾਂ ਨੇ ਜਦੋਂ ਪਾਰਟੀ ਜਦੋਂ ਖਤਮ ਹੁੰਦੀ ਹੈ ਮੀਟ ਬੈਠਕ, ਇੱਕ ਚੰਗੀ ਸਟੇਟਮੈਂਟ ਬਾਹਰ ਆਉਂਦੀ ਹੈ। ਸਟੇਟਮੈਂਟ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਜਦੋਂ ਤੱਕ ਜਿਹੜੀ ਹੈ ਘੱਟੋ ਘੱਟ ਸਮਰਥਨ ਸਰਕਾਰ ਨਹੀਂ ਲੈ ਕੇ ਆਉਂਦੀ ਜਾਂ ਫਿਰ ਇਹਨਾਂ ਦੇ 3 ਕਾਨੂੰਨੀ ਕਾਨੂੰਨ ਰੱਦ ਨਹੀਂ ਕਰਦੇ, ਅਸੀਂ ਸਰਕਾਰਾਂ ਦੇ ਖਿਲਾਫ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹਦੇ ਲਈ ਡਟੇ ਰਵਾਂਗੇ। ਸੋ ਇੱਕ ਚੰਗਾ ਇੱਕ ਸਵਾਗਤ ਕਰਨ ਵਾਲਾ ਜਿਹੜਾ ਇੱਕ ਸਟੇਟਮੈਂਟ ਹੈ ਮੀਡੀਆ ਦੇ ਵਿੱਚ ਛਪਦੀ ਹੈ। ਇਸ ਤੋਂ ਇਲਾਵਾ ਅਸੀਂ ਦੇਖਿਆ ਸੀਗਾ ਕਿ ਬੜੇ ਸਾਰੇ ਨੌਜਵਾਨ ਜਿਹੜੇ ਸੀਗੇ ਉਹ ਲਾਪਤਾ ਹੋ ਗਏ ਸੀਗੇ। ਉਹਨਾਂ ਨੇ ਕਿਹਾ ਕਿ ਵੱਡਾ ਨੰਬਰ ਜਿਹੜਾ ਹੈ ਨੌਜਵਾਨ ਉੱਥੇ ਲਾਪਤਾ ਹੋਏ ਨੇ। ਉਹਨਾਂ ਦੇ ਵਿੱਚੋਂ 70 ਜਿਹੜੇ ਨੌਜਵਾਨ ਨੇ ਜਿਨ੍ਹਾਂ ਦਾ ਇੱਕ ਲਿਖਤੀ ਪ੍ਰੂਫ ਹੁਣ ਆ ਗਿਆ ਹੈ ਕਿ ਉਹ ਦਿੱਲੀ ਦੀਆਂ ਜੇਲ੍ਹਾਂ ਦੇ ਵਿੱਚ ਕੈਦ ਨੇ। ਸੋ ਇਹ ਜਦੋਂ ਸਰਕਾਰਾਂ ਜਿਹੜੀਆਂ ਨੇ, ਸਟੇਟ ਸਰਕਾਰਾਂ ਜਿਹੜੀਆਂ ਨੇ, ਸੰਘੀ ਢਾਂਚੇ ਦੀਆਂ ਸਰਕਾਰਾਂ ਜਿਹੜੀਆਂ ਨੇ ਇਕੱਠੀਆਂ ਹੋ ਕੇ ਵੱਖਰੀਆਂ ਪੋਲੀਟੀਕਲ ਪਾਰਟੀਆਂ ਇੱਕ ਬੈਠਕ ਕਰਦੀਆਂ ਨੇ ਤੇ ਸਰਕਾਰ ਦੇ ਉੱਤੇ ਦਬਾਅ ਤੇ ਬਣਦਾ ਹੀ ਹੈ। ਸੋ ਇੱਕ ਚੰਗਾ ਸਵਾਗਤ ਵਾਲਾ ਕੰਮ ਹੈ। ਪਰ ਮੇਰਾ ਸਵਾਲ ਇਹ ਹੈ ਕਿ ਇਸ ਤੋਂ ਬਾਅਦ ਕੀ ਹੋਏਗਾ? ਜਦੋਂ ਸੰਘਰਸ਼ ਨਵਾਂ ਸ਼ੁਰੂ ਹੋਇਆ ਸੀ ਤਾਂ ਉਦੋਂ ਵੀ ਇਹਨਾਂ ਨੇ ਇੱਕ ਬੈਠਕ ਕੀਤੀ ਸੀ, ਸਰਬਪਦਲੀ ਬੈਠਕ ਕੀਤੀ ਸੀ, ਪਰ ਉਸ ਤੋਂ ਬਾਅਦ ਇਹ ਫਿਰ ਠੰਡੇ ਪੈ ਗਏ ਸੀ ਕਿਉਂਕਿ ਈਡੀ ਵਾਲਾ ਚੱਕਰ ਜਿਹੜਾ ਸੀ ਉਹ ਲੈ ਬੈਠਾ। ਕਿਉਂਕਿ ਹੁਣ ਸੈਂਟਰ ਸਰਕਾਰ ਦੀ ਇੱਕ ਪਾਲਿਸੀ ਹੈ, ਸਪੈਸ਼ਲੀ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ। ਅੱਛਾ, ਇੱਕ ਲੋਕ ਕਹਿ ਰਹੇ ਨੇ ਕਿ ਕਾਂਗਰਸ ਵੀ ਤਾਂ ਇਹੀ ਕੁਝ ਕਰਦੀ ਸੀਗੀ। ਮੈਂ ਜਵਾਬ ਦੇਦਾ ਪਹਿਲਾਂ ਕਿ ਕਾਂਗਰਸ ਵੀ ਕਰਦੀ ਸੀ, ਪਰ ਉਹ ਪਰਦਾ ਹੈ ਪਰਦੇ ਮੇ ਰਹਿਣੇ ਦੋ ਵਾਲਾ ਜਿਹੜਾ ਕੰਮ ਸੀਗਾ ਉਹ ਉਹਨਾਂ ਨੇ ਅਪਣਾਇਆ ਹੋਇਆ ਸੀਗਾ ਕਿ ਕਰਦੀ ਭਾਵੇਂ ਉਹ ਵੀ ਸੀ ਪਰ ਉਹ ਥੋੜਾ ਜਿਹਾ ਲਿਹਾਜ਼ ਕਰ ਜਾਂਦੀ ਸੀ। ਇਹ ਸ਼ਰੇਆਮ ਹੋਏ ਹੋਏ ਨੇ ਜੀ। ਦੇਖੋ, ਹੁਣ ਜੇ ਨੈਸ਼ਨਲ ਕਾਂਗਰਸ ਦੇ ਵਿੱਚੋਂ ਕੋਈ ਬੋਲਦਾ, ਚਾਹੇ ਰਾਹੁਲ ਬੋਲ ਲੇ ਚਾਹੇ ਸੋਨੀਆ ਬੋਲ ਲੇ, ਅਗਲੇ ਦਿਨ ਰੋਬਰਟ ਵਾਡਰਾ ਨੂੰ ਸੱਦ ਲੈਂਦੇ ਆ ਈਡੀ ਦੇ ਆਫਿਸ। ਉਹਨਾਂ ਨੂੰ ਫਿਰ ਲੱਗਦਾ ਕਿ ਨਹੀਂ ਵੀ ਹੁਣ ਚੁੱਪ ਭਲੀਆਂ। ਇਦਾਂ ਹੀ ਹੁਣ ਜੇ ਗੱਲ ਕਰੀਏ ਇੱਥੇ ਜੇ ਕੋਈ ਬੋਲ ਰਿਹਾ ਕੈਪਟਨ ਅਮਰਿੰਦਰ ਸਾਡੇ ਹੱਕ ਵਿੱਚ ਸ਼ੁਰੂ 'ਚ ਖੜਿਆ ਤਾਂ ਈਡੀ ਦੇ ਜਿਹੜੇ ਨੋਟਿਸ ਸੀਗੇ ਕੈਪਟਨ ਅਮਰਿੰਦਰ ਨੂੰ ਵੀ ਆ ਗਏ, ਰਾਣਾ ਇੰਦਰ ਸਿੰਘ ਨੂੰ ਵੀ ਆ ਗਏ, ਇਹਨਾਂ ਦੇ ਦੋਤੇ ਪੁੱਤਿਆਂ ਨੂੰ ਆ ਗਏ। ਉਹ ਲੱਗਦਾ ਕਿ ਇਹ ਸੈਂਟਰ ਏਜੰਸੀਆਂ ਜਿਹੜੀਆਂ ਸਰਕਾਰਾਂ ਦੀਆਂ ਉਹ ਇਹ ਕੰਮਲੀ ਬਣਾਈਆਂ ਕਿ ਜੋ ਕੋਈ ਇਹਨਾਂ ਦੇ ਖਿਲਾਫ ਬੋਲੇ ਨਾਲੇ ਇਹਨਾਂ ਨੂੰ ਈਡੀ ਦਾ ਜਾਂ ਕਿਸੇ ਹੋਰ ਸੈਂਟਰ ਏਜੰਸੀ ਦਾ ਪਰਚਾ ਪਾ ਕੇ ਬੰਦ ਕਰਾ ਦਿਓ। ਜੀ ਖੈਰ ਸਾਹਿਬ, ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤੇ ਕੱਲ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਅੰਦੋਲਨ ਹੈ ਉਦਾਂ ਹੀ ਚੱਲਦਾ ਰਹੇਗਾ, ਈਵਨ ਹੋਰ ਵਿਸ਼ਾਲ ਹੋਵੇਗਾ, ਹੋਰ ਤੇਜ਼ੀ ਨਾਲ ਫੈਲੇਗਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੀ ਅਗਲੀ ਮੀਟਿੰਗ ਹੈ ਉਦੋਂ ਹੀ ਪੋਸੀਬਲ ਹੋਏਗੀ ਜਦੋਂ ਤੱਕ ਜਿਹੜੇ ਸਾਡੇ ਲੋਕ ਜਿਹੜੇ ਫੜੇ ਗਏ ਨੇ ਉਹਨਾਂ ਨੂੰ ਬਰੀ ਨਹੀਂ ਕੀਤਾ ਜਾਂਦਾ। ਸੋ ਮੈਨੂੰ ਲੱਗਦਾ ਖੈਰ ਸਾਹਿਬ ਚੰਗੀ ਗੱਲ ਹੈ ਕਿਉਂਕਿ ਉਹਨਾਂ ਨੇ ਕੁਝ ਖਾਸ ਕੁਝ ਗਲਤ ਕੀਤਾ ਵੀ ਨਹੀਂ ਹੈ, ਪਰ ਜੋ ਲੋਕਤੰਤਰ ਦੇ ਨਾਲ ਜੋ ਆਹ ਕਾਂਡ ਕਰ ਰਹੀ ਹੈ ਸਰਕਾਰ ਉਹਦੇ ਹਿਸਾਬ ਦੇ ਨਾਲ ਤਾਂ ਕਿਸਾਨ ਜਿਹੜੇ ਫੜੇ ਗਏ ਨੇ ਉਹਨਾਂ ਨੇ ਤੇ ਵਾਕਈ ਕੁਝ ਨਹੀਂ ਕੀਤਾ। ਦੇਖੋ, ਜਦੋਂ ਤੁਸੀਂ ਕਹਿੰਦੇ ਹੋ ਕਿ ਕੱਲ ਪ੍ਰੈਸ ਕਾਨਫਰੰਸ ਹੁੰਦੀ ਹੈ ਔਰ ਕਿਸਾਨਾਂ ਨੇ ਕੁਝ ਨਹੀਂ ਕੀਤਾ, ਇਹ ਸਾਨੂੰ ਤਾਂ ਲੱਗਦਾ ਹੈ ਔਰ ਜਿਹੜੇ ਭਾਈਚਾਰੇ ਤੋਂ ਅਸੀਂ ਆਉਂਦੇ ਆ ਸਾਨੂੰ ਇਹ ਲੱਗਦਾ ਕਿ ਬਈ ਕੀ ਕੀਤਾ, ਅੰਦੋਲਨ ਨਹੀਂ ਕਰ ਰਹੇ ਸੀਗੇ। ਅੰਦੋਲਨ ਕਰਨ ਦੇ ਵਿੱਚ ਕੀ ਗਲਤ ਕੰਮ ਹੈ? ਕਿਉਂਕਿ ਸੁਪਰੀਮ ਕੋਰਟ ਕਹਿੰਦੀ ਹੈ ਜੇ ਕਿ ਤੁਸੀਂ ਸ਼ਾਂਤਮਈ ਅੰਦੋਲਨ ਕਰਦੇ ਹੋ ਤਾਂ ਉਹਦੇ ਵਿੱਚ ਕੋਈ ਖਤਰਾ ਨਹੀਂ। ਦੂਸਰੇ ਬੰਨੇ ਜਿਹੜੀ ਗੱਲ ਲਾਲ ਕਿਲੇ ਦੇ ਉੱਤੇ ਹੋਈ ਹੈ ਉਹ ਐਡੀ ਵੱਡੀ ਗੱਲ ਨਹੀਂ ਸੀ ਜਿੱਡੀ ਵੱਡੀ ਸਰਕਾਰਾਂ ਪਰੋਸਣ ਡਈਆਂ ਨੇ। ਇੱਕ ਕਹਿੰਦੇ ਨੇ ਜੀ ਕਿ ਆਰਕੀਓਲੋਜੀ ਦਾ ਸਰਵੇ ਹੋਇਆ ਜੀ, ਉੱਥੇ ਆਹ ਨੁਕਸਾਨ ਹੋ ਗਿਆ, ਉਹ ਨੁਕਸਾਨ ਹੋ ਗਿਆ, ਉੱਥੇ ਕੋਈ ਨੁਕਸਾਨ ਨਹੀਂ ਹੋਇਆ ਜੀ। ਇਹ ਉੱਥੇ ਗਏ ਲੋਕਾਂ ਨੇ ਕਿਹਾ ਵੀ ਉੱਥੇ ਤਾਂ ਟੂ ਕਰਕੇ ਜਿਹੜੀ ਇੱਕ ਖਰੋਚ ਤੱਕ ਨਹੀਂ ਲੱਗੀ ਹੋਈ ਲਾਲ ਕਿਲੇ ਨੂੰ। ਇਹ ਕਿਤੇ ਨਾ ਕਿਤੇ ਧੜਵੰਜ ਬਣਾਇਆ ਜਾ ਰਿਹਾ ਹੈ ਕਿ ਬਾਰ-ਬਾਰ ਇਹਨਾਂ ਚੀਜ਼ਾਂ ਦੇ ਉੱਤੇ ਗੱਲ ਕਰ ਲਈਏ। ਸੀਸੀਟੀਵੀ ਫੁਟੇਜ ਖਗਾਲੀਆਂ ਜਾ ਰਹੀਆਂ ਨੇ, ਉਹਨਾਂ ਦੇ ਬਾਅਦ ਲੋਕਾਂ ਦੇ ਉੱਤੇ ਪਰਚੇ ਪਾਏ ਜਾ ਰਹੇ ਨੇ। ਇੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਦੇ ਜਿਹੜੇ ਸੰਯੁਕਤ ਮੋਰਚੇ ਦੇ ਮੈਂਬਰ ਨੇ ਉਹਨਾਂ ਦੇ ਉੱਤੇ ਪਰਚੇ ਪੈ ਗਏ ਨੇ। ਹੁਣ ਤੁਸੀਂ ਦੇਖੋ ਪਰਚਾ ਕਿਉਂ ਪਾ ਰਹੇ ਨੇ? ਉਹਨਾਂ ਨੇ ਤਾਂ ਕਿਸੇ ਨੂੰ ਪ੍ਰੋਵੋਕੇਸ਼ਨ ਵੀ ਨਹੀਂ ਕੀਤਾ, ਭੜਕਾਇਆ ਵੀ ਨਹੀਂ। ਉਹਨਾਂ ਨੇ ਤਾਂ ਕਿਹਾ ਵੀ ਬਈ ਨਹੀਂ ਆਪਾਂ ਲਾਲ ਕਿਲੇ ਤੇ ਨਹੀਂ ਜਾਣਾ, ਤੁਸੀਂ ਵਾਪਸ ਮੁੜ ਆਓ। ਅਸੀਂ ਵਾਪਸ ਮੁੜ ਆਏ ਆ, ਘਰੋਂ ਘਰੀ ਮੁੜ ਆਓ, ਜਾਨੀ ਕਿ ਸਿੰਘੂ ਬਾਰਡਰ ਤੇ ਆ ਜਾਓ, ਟਿਕਰੀ ਤੇ ਆ ਜਾਓ, ਗਾਜੀਪੁਰ ਆ ਜਾਓ, ਜਿੱਥੇ ਤੁਹਾਡਾ ਕੈਂਪ ਲੱਗਾ ਤੁਸੀਂ ਉੱਥੇ ਵਾਪਸ ਮੁੜ ਆਓ। ਪਰ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਇਹ ਪਲਾਨ ਕੀਤੀ ਹੋਈ ਨੀਤੀ ਲੱਗ ਰਹੀ ਸੀ ਕਿ ਬਈ ਨਹੀਂ ਇਹਨਾਂ ਨੂੰ ਇੱਕ ਵਾਰ ਹੋ ਲੈਣ ਦਿਓ, ਫਿਰ ਉਸ ਤੋਂ ਬਾਅਦ ਅਸੀਂ ਜੋ ਆਪਣੀ ਕਾਰਵਾਈ ਕਰਦੇ ਹਾਂ। ਕੱਲ ਪ੍ਰੈਸ ਕਾਨਫਰੰਸ ਹੁੰਦੀ ਆ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸਾਡੇ ਸਾਧਨ ਨੇ ਜਿਹੜੇ ਪੁਲਿਸ ਨੇ ਜ਼ਬਤ ਕਰ ਲਏ, ਚਾਹੇ ਸਕੂਟਰ ਹੈ, ਚਾਹੇ ਟਰੈਕਟਰ ਹੈ, ਕਿਸੇ ਦਾ ਮੋਟਰਸਾਈਕਲ ਹੈ, ਉਹਨਾਂ ਦੀ ਅਸੀਂ ਸੂਚੀ ਬਣਾਵਾਂਗੇ। ਕੱਲ ਸੰਯੁਕਤ ਮੋਰਚੇ ਨੇ ਬਾਰ-ਬਾਰ ਨੰਬਰ ਅਨਾਉਂਸ ਕੀਤੇ ਆ ਪ੍ਰੈਸ ਕਾਨਫਰੰਸ ਦੇ ਵਿੱਚ। ਜਦੋਂ ਤੁਹਾਨੂੰ ਲੱਗਦਾ ਕਿ ਤੁਹਾਡਾ ਕੋਈ ਗਵਾਚਾ ਹੈ, ਚਾਹੇ ਉਹ ਬੰਦਾ ਹੈ ਜਾਂ ਕੋਈ ਤੁਹਾਡਾ ਸਾਧਨ ਹੈ, ਤਾਂ ਸਾਨੂੰ ਇਸ ਨੰਬਰ ਤੇ ਫੋਨ ਕਰੋ।
ਸਾਡੀ ਕਮੇਟੀ ਜਿਹੜੀ ਜਾਊਗੀ ਪੂਰੀ ਕਾਰਵਾਈ ਕਰਾਂਗੇ ਔਰ ਤੁਹਾਡਾ ਸਾਧਨ ਵੀ ਲੱਭਾਂਗੇ, ਕਿਉਂਕਿ ਦਿੱਲੀ ਪੁਲਿਸ ਨੇ ਕਹਿ ਦਿੱਤਾ ਵੀ ਸਾਨੂੰ ਤਾਂ ਨਹੀਂ ਪਤਾ, ਕਿਉਂਕਿ ਇਹ ਵੱਖਰੀਆਂ ਚੌਂਕੀਆਂ ਦੇ ਵਿੱਚ ਜਿਹੜੇ ਸਾਧਨ ਪਏ ਨੇ, ਤੁਸੀਂ ਇਦਾਂ ਕਰੋ ਕਿ ਆਪ ਕਮੇਟੀ ਬਣਾ ਕੇ ਆਪ ਲੱਭ ਲਓ, ਫਿਰ ਉਸ ਤੋਂ ਬਾਅਦ ਚਲਾਨ ਪੇਸ਼ ਕਰਕੇ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਕਰਾ ਲਓ। ਹੁਣ ਦੂਸਰੇ ਬੰਨੇ ਗੱਲ ਹੈ ਕਿ UAPA ਵਰਗਾ ਵੱਡਾ ਸੰਗੀਨ ਜਿਹੜਾ ਇੱਕ ਐਕਟ ਲਾ ਦੇਣਾ। ਹੁਣ ਆਪਾਂ ਗੱਲ ਕਰ ਰਹੇ ਸੀ ਮਨਦੀਪ ਪੁਨੀਆ ਦੀ, ਔਰ ਸਾਰੇ ਕਹਿ ਰਹੇ ਸੀ ਕਿ ਮਨਦੀਪ ਪੁਨੀਆ ਦੇ ਉੱਤੇ ਵੀ ਸ਼ਾਇਦ UAPA ਲੱਗਾ ਹੋਇਆ, ਪਰ ਕਿਆ ਲੋਕੀ ਕਹਿ ਰਹੇ ਨੇ ਕਿ ਉਹਨਾਂ ਦੇ ਉੱਤੇ UAPA ਨਹੀਂ ਲੱਗਾ ਹੋਇਆ, ਕਿਉਂਕਿ UAPA ਲੱਗਾ ਹੁੰਦਾ ਤੇ ਉਹਨਾਂ ਨੂੰ ਜ਼ਮਾਨਤ ਮਿਲਣੀ ਅਸੰਭਵ ਸੀ। ਬਾਕੀ ਉਹਨਾਂ ਨੂੰ ਅਸੰਭਵ ਸੀ, ਪਰ ਹੁਣ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਅੱਜ ਜਾਂ ਕੱਲ ਤੱਕ ਉਹਨਾਂ ਨੂੰ ਰਿਹਾ ਜਿਹੜਾ ਹੈ ਉਹ ਕਰ ਦਿੱਤਾ ਜਾਵੇਗਾ। ਖੈਰ ਸਾਹਿਬ, ਤੁਸੀਂ ਨਾਮ ਲਿੱਤਾ ਕਿਸਾਨ ਆਗੂਆਂ ਦਾ, ਤੇ ਰਾਕੇਸ਼ ਟਕੈਤ ਜੋ ਕਿ ਇਸ ਟਾਈਮ ਸਟਾਰ ਬਣੇ ਹੋਏ ਨੇ ਪੂਰੇ ਅੰਦੋਲਨ ਦੇ, ਕਿਉਂਕਿ ਉਹਨਾਂ ਦੇ ਕੁਝ ਇੱਕ ਅਥਰੂਆਂ ਨੇ ਅੰਦੋਲਨ ਨੂੰ ਦੁਬਾਰਾ ਫਿਰ ਸਿਖਰ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਸੋ ਉਹਨਾਂ ਦਾ ਹੁਣ ਇਹ ਬਿਆਨ ਹੈ ਖੈਰਾ ਸਾਹਿਬ ਕਿ ਉਹ ਕਹਿੰਦੇ ਨੇ ਸਰਕਾਰਾਂ ਨੂੰ ਕਿ ਬਈ ਟਲ ਜਾਓ, ਨਹੀਂ ਤਾਂ ਅਕਤੂਬਰ ਤੱਕ ਤੁਹਾਨੂੰ ਅਸੀਂ ਅਲਟੀਮੇਟ ਦਿੱਤਾ। ਵੈਸੇ ਤਾਂ ਜਿਹੜਾ ਟਾਈਮ ਦੀ ਜਿਹੜੀ ਮਿਆਦ ਹੈ ਬੜੀ ਜ਼ਿਆਦਾ ਦੇ ਦਿੱਤੀ ਹੈ ਟਕੈਤ ਸਾਹਿਬ ਨੇ, ਮੈਂ ਤਾਂ ਕਹਿੰਦਾ ਭਾਵੇਂ ਇਸੇ ਮਹੀਨੇ ਜਿਹੜਾ ਫੈਸਲਾ ਹੋ ਜਾਣਾ ਚਾਹੀਦਾ, ਪਰ ਉਹਨਾਂ ਨੇ ਕੁਝ ਸੋਚ ਕੇ, ਕਿਉਂਕਿ ਜਿਹੜੇ ਆਗੂ ਨੇ ਸਿਆਣੇ ਨੇ ਕਾਫੀ, ਉਹਨਾਂ ਦੀ ਸਰਕਾਰਾਂ ਦੀ ਹਰਕਤਾਂ ਦੇਖ ਰਹੇ ਨੇ, ਜੱਜ ਕਰ ਰਹੇ ਨੇ, ਸੋ ਉਹਨਾਂ ਨੇ ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਤੇ ਕਿਹਾ ਹੈ ਕਿ ਦੇਸ਼ ਭਰ ਵਿੱਚ 40 ਲੱਖ ਜਿਹੜੀ ਟਰੈਕਟਰ ਰੈਲੀ ਹੈ ਉਹ ਕੱਢੀ ਜਾਏਗੀ ਜੇਕਰ ਸਰਕਾਰਾਂ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਈਆਂ। ਸੋ 40 ਲੱਖ ਬੜਾ ਵੱਡਾ ਨੰਬਰ ਹੁੰਦਾ ਖੈਰ ਸਾਹਿਬ। 2-3 ਲੱਖ ਜਿਹੜੀ ਟਰਾਲੀ ਹੈ ਉਹਨੇ ਇਹਨਾਂ ਭੜਥੂ ਪਾ ਦਿੱਤਾ ਸੀਗਾ, ਤੇ ਵਾਕਈ ਅਗਰ 40 ਲੱਖ ਹੋ ਜਾਵੇ ਤਾਂ ਮੈਂ ਕਹਿੰਦਾ ਪੂਰੀ ਦੁਨੀਆ, ਫਿਰ ਪੂਰੀ ਭਾਰਤ ਵਿੱਚ ਹੀ ਆ ਜਾਊਗੀ ਕਿ ਅਸੀਂ ਵੀ ਉਹ ਦੇਖਣਾ, ਉਹ ਮਾਹੌਲ ਦੇਖਣਾ, ਉਹ ਟਰਾਲੀਆਂ ਵੇਖਣੀਆਂ ਵਾ, ਉਹ ਜਿਹੜੀਆਂ ਡੈਕੋਰੇਟਿਡ ਟਰਾਲੀਆਂ ਜਿਹੜੀਆਂ ਨੇ ਇਸ ਵਾਰ, ਕਿਉਂਕਿ ਇਕੱਲਾ ਪੰਜਾਬ ਨਹੀਂ ਡੈਕੋਰੇਟ ਕਰੇਗਾ, ਹਰਿਆਣਾ ਵੀ ਕਰੇਗਾ, ਉੱਤਰ ਪ੍ਰਦੇਸ਼ ਵੀ ਕਰੇਗਾ, ਤੇ ਹੋਰੇ ਜਿਹੜੇ ਵੱਖ-ਵੱਖ ਸੂਬੇ ਨੇ, ਰਾਜਸਥਾਨ ਜਾਂ ਬਿਹਾਰ, ਕਿਉਂਕਿ ਹਰ ਇੱਕ ਸੂਬੇ ਦੇ ਲੋਕ ਉੱਥੇ ਮੌਜੂਦ ਨੇ। ਬਾਰ-ਬਾਰ ਗੋਦੀ ਮੀਡੀਆ ਭਾਵੇਂ ਇੱਕੋ ਗੱਲ ਕਹਿੰਦਾ ਕਿ ਸਿਰਫ ਪੰਜਾਬੀ ਉੱਥੇ ਨੇ ਜਾਂ ਫਿਰ ਕੁਝ ਕੁ ਤਬਕਾ ਹਰਿਆਣਾ ਦਾ ਉੱਥੇ ਮੌਜੂਦ ਹੈ, ਜਦ ਕਿ ਹਰ ਇੱਕ ਸੂਬੇ ਦੇ ਲੋਕ ਜਿਨ੍ਹਾਂ ਨੂੰ ਇਸ ਕਾਨੂੰਨਾਂ ਦੀ ਸਮਝ ਹੈ ਕਿਸ ਨਾਲ ਕਿੰਨਾ ਨੁਕਸਾਨ ਹੋ ਸਕਦਾ, ਹਰ ਇੱਕ ਵਰਗ ਦਾ ਲੋਕ ਉੱਥੇ ਬੈਠਾ ਹੈ। ਤੇ ਉਸ ਤੋਂ ਇਲਾਵਾ ਖੈਰ ਸਾਹਿਬ, ਹੁਣ ਅਗਲੀ ਗੱਲ ਕਰੀਏ ਕਿ ਕਿਲ੍ਹਾਬੰਦੀ ਰੈਗੂਲਰ ਕੀਤੀ ਜਾ ਰਹੀ ਹੈ ਦਿੱਲੀ ਦੇ ਵਿੱਚ। ਦੇਖੋ, ਤੁਸੀਂ ਪਹਿਲਾਂ ਕਹਿੰਦੇ ਹੋ ਕਿ ਜਿਹੜਾ ਗੋਦੀ ਮੀਡੀਆ ਹੈ ਉਹ ਲਗਾਤਾਰ ਕਹਿੰਦਾ ਕਿ ਕੁਝ ਕੁ ਤਬਕਾ ਹਰਿਆਣੇ ਦਾ ਆ ਤੇ ਬਾਕੀ ਸਾਰੇ ਪੰਜਾਬੀ ਆ ਜੀ। ਇਹ ਇਕੱਲਾ ਮੀਡੀਆ ਨਹੀਂ ਕਹਿੰਦਾ, ਮਨੋਹਰ ਖੱਟਰ ਸਾਹਿਬ ਵੀ ਇਹ ਕਹਿੰਦੇ ਆ। ਉਹ ਕਹਿੰਦੇ ਜੀ ਹਰਿਆਣਵੀ ਤਾਂ ਹੈ ਹੀ ਨਹੀਂ ਗੇ। ਸ਼ਾਇਦ ਹੁਣ ਇਹਨਾਂ ਨੂੰ ਲੱਗ ਗਿਆ ਹੋਣਾ, ਜਦੋਂ ਜੀਤ ਦਾ ਟੋਲ ਪਲਾਜ਼ਾ ਰੋਕ ਲਿਆ ਫਿਰ ਉਦੋਂ ਪਤਾ ਲੱਗਿਆ ਹੋਣਾ ਕਿ ਹਰਿਆਣਵੀ ਹੈਗੇ ਆ ਜੀ। ਲਗਾਤਾਰ ਜਦੋਂ ਆਪਾਂ ਕਹਿ ਲਈਏ ਕਿ ਉੱਥੇ ਇਲੈਕਸ਼ਨਸ ਵੀ ਹੋਈਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ, ਉਦੋਂ ਗੱਡੀ ਹੁੰਦੀ ਉਹਨਾਂ ਦੇ ਉੱਤੇ ਵਾਰ ਵੀ ਹੋਇਆ, ਉਹਨਾਂ ਦਾ ਕਿਤੇ ਕਿਸੇ ਪਿੰਡ ਮਹਾ ਪੰਚਾਇਤ ਵੀ ਕਰਨੀ ਸੀਗੀ, ਉਹਨਾਂ ਦਾ ਹੈਲੀਪੈਡ ਵੀ ਤੋੜਿਆ। ਫਿਰ ਸ਼ਾਇਦ ਉਦੋਂ ਵੀ ਉਹਨਾਂ ਨੂੰ ਯਕੀਨ ਨਾ ਹੋਇਆ ਹੋਵੇ, ਪਰ ਹੁਣ ਤਕਰੀਰ ਜਿਹੜੀ ਇਮੋਸ਼ਨਲ ਤਕਰੀਰ ਕੀਤੀ ਰਾਕੇਸ਼ ਟਕੈਤ ਨੇ, ਉਸ ਤੋਂ ਬਾਅਦ ਜਿਹੜਾ ਹੈ ਮੈਨੂੰ ਲੱਗਦਾ ਯਕੀਨ ਹੋ ਗਿਆ ਹੋਣਾ ਵੀ ਬਈ ਨਹੀਂ, ਇਹ ਹਰਿਆਣਵੀ ਜਿਹੜੇ ਨੇ ਉਹ ਉੱਥੇ ਚਲੇ ਗਏ ਨੇ ਜੀ। ਬਾਕੀ ਜਦੋਂ ਹੁਣ ਗੱਲ ਕੀਤੀ, ਤੁਸੀਂ ਕਹਿੰਦੇ ਅਕਤੂਬਰ ਤੱਕ ਦਾ ਅਲਟੀਮੇਟਮ ਹੈ, ਇਹ ਅਕਤੂਬਰ ਤੱਕ ਦਾ ਅਲਟੀਮੇਟਮ ਨਹੀਂ ਹੈ ਜੀ। ਇਹ ਜਿਹੜੀ ਸਟੇਟਮੈਂਟ ਹੈ ਉਹਨਾਂ ਨੇ ਇਹ ਕਿਹਾ ਕਿ ਅਕਤੂਬਰ ਤੱਕ ਅਸੀਂ ਡਟੇ ਹੋਏ ਹਾਂ, ਅਕਤੂਬਰ ਤੱਕ ਬੈਠੇ ਹੋਏ ਹਾਂ, ਸਾਡੇ ਕੋਲੇ ਸਾਧਨ ਜਿਹੜੇ ਨੇ ਅਕਤੂਬਰ ਤੱਕ ਹੈਗੇ ਆ, ਤੁਸੀਂ ਘਬਰਾਓ ਨਾ, ਤੁਸੀਂ ਚਾਹੇ ਕਿਲਾਬੰਦੀ ਕਰ ਲਓ ਚਾਹੇ ਦਾਣਾਬੰਦੀ ਕਰ ਲਓ, ਅਸੀਂ ਇੱਥੇ ਡਟੇ ਹੋਏ ਹਾਂ ਜੀ। ਕੱਲ ਕਿਉਂਕਿ ਦੇਖੋ 10 ਰਾਊਂਡ ਦੀ ਬੈਰੀਗੇਡਿੰਗ ਕਰਨੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ, ਔਰ ਕਿੱਲਾਂ ਵਾਲੀ ਬੈਰੀਗੇਡਿੰਗ ਦੀ ਫੋਟੋ ਜਿਹੜੀਆਂ ਲੀਕ ਹੋ ਰਹੀਆਂ ਨੇ ਅਸੀਂ ਦੇਖਿਆ ਕਿੱਡਾ ਸੰਘਣਾ ਜਿਹੜਾ ਹੈ, ਪ੍ਰੈਸ਼ਰ ਪਾ ਕੇ ਫਿਰ ਉਹਦੇ ਵਿੱਚ ਟੋਏ ਪੱਟ ਕੇ ਕਿੰਨੇ ਤਰੀਕੇ ਦੀਆਂ ਬੈਰੀਗੇਡ ਕੀਤੀਆਂ। ਜੇ ਮੈਂ ਬੈਰੀਗੇਡਿੰਗ ਲਿਖ ਰਿਹਾ ਸੀਗਾ ਜਦੋਂ ਆਪਾਂ ਪ੍ਰੋਗਰਾਮ ਕਰਨਾ ਸੀ, ਤੇ ਦੇਖੋ ਟਰੈਸ਼ ਦੀ ਖੁਦਾਈ ਆ, ਸੜਕਾਂ ਦੇ ਉੱਤੇ ਖੱਡੇ ਆ, ਕੰਡਿਆਲੀ ਤਾਰ ਹੈ, ਔਰ ਇਹ ਇੰਨੇ ਤਰੀਕੇ ਦੀ ਬੈਰੀਗੇਡਿੰਗ ਕਿਉਂ ਕਰਨੀ ਜੀ? ਇਹ ਕੋਈ ਇੰਟਰਨੈਸ਼ਨਲ ਬਾਉਂਡਰੀ ਹੈ ਸਾਡੇ ਹੀ ਲੋਕਾਂ ਨੂੰ ਸਾਡੀ ਆਪਦੀ ਰਾਜਧਾਨੀ ਦੇ ਵਿੱਚ ਤੁਸੀਂ ਜਾਣ ਤੋਂ ਰੋਕ ਰਹੇ ਹੋ ਜੀ। ਇਹ ਕਿਤੇ ਨਾ ਕਿਤੇ ਇਹ ਹਿਊਮਨ ਰਾਈਟਸ ਦੇ ਵਿੱਚ ਇੰਟਰਨੈਸ਼ਨਲੀ ਚੱਕਿਆ ਜਾਣ ਵਾਲਾ ਮੁੱਦਾ ਹੈ, ਔਰ ਪੋਲੀਟੀਕਲ ਐਕਸਪਰਟ ਇਹ ਵੀ ਦੱਸ ਰਹੇ ਨੇ ਕਿ ਇਹ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਮੁੱਦਾ ਬਣ ਸਕਦਾ ਹੈ ਇਸ ਦੁਨੀਆ ਦਾ ਔਰ ਇਹ ਸਾਡੀ ਕੰਟਰੀ ਦਾ। ਵਾਕਈ ਮੁੱਦਾ ਇੰਨਾ ਵੱਡਾ ਹੈ, ਤੇ ਇੱਕ ਜਰਨਲਿਸਟ ਸੀਗੇ ਉੱਥੇ ਪੁਲਿਸ ਦੇ ਜਿਹੜੇ ਵੱਡੇ ਅਫਸਰ ਸੀਗੇ, ਉਹਨਾਂ ਨੇ ਗੱਲਬਾਤ ਕਰ ਰਹੇ ਸਨ ਕਿ ਬਈ ਤੁਸੀਂ ਐਡਾ ਜਿਹੜਾ ਵੱਡਾ ਮੈਂ ਕਹਿੰਦਾ ਜਿਹੜੇ ਬੈਰੀਕੇਡਸ ਲਗਾਏ ਨੇ ਕਿਉਂ ਲਗਾਏ ਨੇ? ਤਾਂ ਆਖਦੇ ਕਿ ਹਮੇਸ਼ਾ ਹੀ ਅੰਦੋਲਨ ਦੇ ਆਲੇ ਦੁਆਲੇ ਬੈਰੀਕੇਡਿੰਗ ਕੀਤੀ ਜਾਂਦੀ ਹੈ, ਚਲੋ ਨੋ ਡਾਊਟ ਕੀਤੀ ਜਾਂਦੀ ਹੈ, ਪਰ ਨੋਰਮਲ ਬੈਰੀਕੇਡਿੰਗ ਹੁੰਦੀ ਹੈ ਜਿਸ ਵਿੱਚ ਜਿਹੜੇ ਅੰਦੋਲਨਕਾਰੀ ਨੇ ਉਹ ਹਰ ਰੋਜ਼ ਬਾਹਰ ਜਾਂਦੇ ਨੇ, ਹੱਲਾ ਗੁੱਲਾ ਕਰਦੇ ਨੇ, ਫਿਰ ਉਹਨਾਂ ਨੂੰ ਦੁਬਾਰਾ ਉੱਥੇ ਆਉਣਾ ਪੈਂਦਾ। ਪਰ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੇ ਕਦੋਂ ਉਹਨਾਂ ਨੇ ਹੱਲਾ ਗੁੱਲਾ ਕੀਤਾ ਜਾਂ ਫਿਰ ਕਦੋਂ ਉਹਨਾਂ ਨੇ ਹਿੰਸਾ ਨੂੰ ਆਪਣੇ ਹੱਥ ਵਿੱਚ ਲਿਆ? ਇੱਕ ਦਿਨ ਵੀ ਉਹਨਾਂ ਨੇ ਨਹੀਂ ਲਿਆ। 70 ਦੇ ਤਕਰੀਬਨ ਦਿਨ ਹੋ ਚੁੱਕੇ ਨੇ ਖੈਰਾ ਸਾਹਿਬ, ਦੁਨੀਆ ਗਵਾਹ ਹੈ, ਹਰ ਇੱਕ ਇਨਸਾਨ ਦੁਨੀਆ ਵਿੱਚ ਬੈਠੇ ਬੈਠੇ ਦੇਖ ਰਿਹਾ ਕਿ ਵਾਕਈ ਜਿਹੜਾ ਅੰਦੋਲਨ ਹੈ ਕਿੰਨਾ ਲੰਬਾ ਚੱਲ ਰਿਹਾ, ਕਿੰਨਾ ਵੱਡਾ ਅੰਦੋਲਨ ਹੋ ਚੁੱਕਿਆ। ਲੋਕ ਤਾਂ ਸਿਰਫ ਤੇ ਸਿਰਫ ਉੱਥੇ ਮੱਥਾ ਟੇਕਣ ਜਾ ਰਹੇ ਨੇ ਕਿ ਬਈ ਇੰਨੀ ਪਵਿੱਤਰ ਧਰਤੀ ਉੱਤੇ ਹੋ ਚੁੱਕੀ ਹੈ, ਪਰ ਇਸ ਸਾਰੇ ਸ਼ਾਂਤਮਈ ਅੰਦੋਲਨ ਨੂੰ ਬਦਨਾਮ ਕਰਨ ਦੀ ਜਿਹੜੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਲੋਕਾਂ ਦੇ ਵਿੱਚ। ਖੈਰ ਸਾਹਿਬ, ਇੱਥੇ ਸੋਚਣ ਵਾਲੀ ਗੱਲ ਹੈ ਕਿ ਆਮ ਲੋਕਾਂ ਦੇ ਵਿੱਚ ਕੀ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਉਹ ਕੌਣ ਨੇ, ਉਹ ਕੋਈ ਵੱਖਰੀ ਦੁਨੀਆ ਤੋਂ ਆਏ ਨੇ ਕਿ ਉਹਨਾਂ ਨੂੰ ਬਿਲਕੁਲ ਜੀ ਤੁਸੀਂ ਬੰਦ ਕਰ ਰਹੇ ਹੋ, ਉਹਨਾਂ ਦਾ ਪਾਣੀ ਬੰਦ ਕਰ ਰਹੇ ਹੋ, ਉਹਨਾਂ ਦਾ ਖਾਣਾ ਪੀਣਾ ਬੰਦ ਕਰ ਰਹੇ ਹੋ, ਉਹਨਾਂ ਦੇ ਆਲੇ ਦੁਆਲੇ ਕਿੱਲਾਂ ਵਾਲੀ ਬੈਰੀਕੇਡਿੰਗ, ਫਿਰ ਸੀਮੈਂਟ ਵਾਲੀ, ਫਿਰ ਟੋਏ ਵਾਲੀ, ਫਿਰ ਕੰਡੇ ਵਾਲੀ ਤਾਰ, ਫਿਰ ਹੋਰ ਮਿੱਟੀ ਦੇ ਵੱਡੇ ਵੱਡੇ ਪਹਾੜ।
ਮਤਲਬ ਸਵਾਲ ਪੁੱਛਣਾ ਬੰਦਾ ਹੈ ਕਿ ਉਹ ਸਾਡੇ ਹੀ ਲੋਕ ਨੇ, ਇਹਨਾਂ ਨੇ ਤੁਹਾਡੇ ਵਿੱਚ ਕੁਝ ਲੋਕਾਂ ਨੂੰ ਵੋਟ ਪਾਈ ਹੋਣੀ ਆ, ਨੋ ਡਾਊਟ ਵੋਟ ਪਾਈ ਹੋਣੀ ਆ ਉਸ ਟਾਈਮ, ਕਿਉਂਕਿ ਭਾਸ਼ਣ ਜਿਹੜਾ ਹੈ ਚਾਹ ਵਾਲਾ ਬੜੇ ਟੋਰ ਨਾਲ ਪਹਿਲਾਂ ਭਾਸ਼ਣ ਦਿੰਦਾ ਰਿਹਾ ਵਾ, ਫਿਰ ਉਹਨਾਂ ਨੂੰ ਵੋਟਾਂ ਵੀ ਲੋਕਾਂ ਨੇ ਪਾਈਆਂ ਹੋਣੀਆਂ, ਨੋ ਡਾਊਟ ਇਹਨਾਂ ਵਿੱਚ ਕਾਫੀ ਸਾਰੇ ਲੋਕ ਹੋਣੇ ਨੇ ਜਿਨ੍ਹਾਂ ਨੇ ਭਾਜਪਾ, ਅਕਾਲੀ ਜਾਂ ਕਾਂਗਰਸ ਨੂੰ ਵੱਖ-ਵੱਖ ਨੂੰ ਵੋਟ ਪਾਈ ਹੋਣੀ ਆ। ਇਹ ਭਾਰਤੀ ਵਸਨੀਕ ਨੇ, ਤੁਸੀਂ ਇਹਨਾਂ ਨਾਲ ਕਿੱਦਾਂ ਇੰਨਾ ਮਤਲਬ ਅਤਿਆਚਾਰ ਜਿਹੜਾ ਹੈ, ਤੁਸੀਂ ਉਹਨਾਂ ਤਸ਼ੱਦਦ ਜਿਹੜੀ ਹੈ ਤੁਸੀਂ ਕਿਵੇਂ ਢਾਹ ਸਕਦੇ ਹੋ? ਤੁਸੀਂ ਜੇ ਵੀ ਗੱਲ ਕੀਤੀ ਕਿ ਹਾਂ ਵੀ ਪੂਰੀ ਦੁਨੀਆ ਵਿੱਚ ਚਰਚਾ ਹੋਣੀ ਚਾਹੀਦੀ, ਚਰਚਾ ਹੋ ਰਹੀ ਹੈ, ਬਟ ਫਿਰ ਵੀ ਇੰਨੀ ਬੇਸ਼ਰਮੀ ਦੇ ਬਾਵਜੂਦ ਸਰਕਾਰ ਜਿਹੜੀ ਹਰਕਤਾਂ ਕਰ ਰਹੀ ਹੈ ਉਹ ਲਗਾਤਾਰ ਕਰ ਰਹੀ ਹੈ। ਪਤਾ ਨਹੀਂ ਜਿਵੇਂ ਡਿਕਟੇਟਰਸ਼ਿਪ ਲੱਗ ਰਹੀ ਹੋਵੇ ਨਾ, ਕਿਉਂਕਿ ਆਪਾਂ ਤਾਂ ਹਰ ਵਾਰੀ ਕਹਿੰਦੇ ਆ ਕਿ ਦੇਸ਼ ਵਿੱਚ ਲੱਗਦਾ ਹੀ ਨਹੀਂ ਕਿ ਡੈਮੋਕ੍ਰੇਸੀ ਦਾ ਰਾਜ ਹੈ, ਇਦਾਂ ਲੱਗਦਾ ਹੀ ਕਿ ਹਾਂ ਵੀ ਡਿਕਟੇਟਰ ਹੈ। ਹਿਟਲਰ ਨਾਲੋਂ ਜ਼ਿਆਦਾ ਕੋਈ ਵੱਡਾ ਇੱਕ ਮੈਂ ਕਹਿੰਦਾ ਉਹ ਆ ਗਿਆ ਜਿਹੜਾ ਸਾਡੇ ਉੱਤੇ ਰੂਲ ਕਰ ਰਿਹਾ। ਜਦੋਂ ਤੁਸੀਂ ਹਿਟਲਰ ਦੀ ਗੱਲ ਕਰਦੇ ਆ ਤੇ ਨਾਜ਼ੀਆਂ ਨੇ ਬਹੁਤ ਲੋਕ ਮਾਰੇ, ਪਰ ਉਹਨਾਂ ਨੇ ਵੀ ਇਦਾਂ ਦੀ ਬੈਰੀਕੇਡਿੰਗ ਕਿਤੇ ਨਹੀਂ ਕੀਤੀ। ਉਹ ਲੱਗ ਰਿਹਾ ਕਿ ਇਹ ਥੋੜਾ ਜਿਹਾ 2 ਸਟੈਪ ਉੱਪਰ ਹੈ, ਮਾਡਰਨ ਨਾਜ਼ੀ ਹੈ, ਔਰ ਕਿਤੇ ਨਾ ਕਿਤੇ ਅਨਡਿਕਲੇਅਰ ਐਮਰਜੈਂਸੀ ਹੈ ਸਾਡੀ ਕੰਟਰੀ ਦੇ ਵਿੱਚ। ਜਦੋਂ ਫਿਰ ਤੁਸੀਂ ਗੱਲ ਕਰਦੇ ਹੋ ਕਿ ਇਹ ਜਿਹੜੀ ਇੱਕ ਤਰੀਕੇ ਦੇ ਨਾਲ ਇਹ ਕਰ ਰਹੇ ਨੇ ਕਿ ਸ਼ਾਇਦ ਅਸੀਂ ਦੂਸਰੇ ਮੁਲਕ ਤੋਂ ਆਏ ਹੋਏ ਹਾਂ, ਸ਼ਾਇਦ ਅਸੀਂ ਉਸ ਭਾਰਤ ਦੇ ਨਹੀਂ ਜਿਹੜੇ ਭਾਰਤ ਦੀ ਅਸੀਂ ਕਹਾਣੀਆਂ ਸੁਣਦੇ ਸੀ। ਇਹ ਇਕੱਲਾ ਸਾਡੇ ਨਾਲ ਨਹੀਂ ਹੋ ਰਿਹਾ, ਜਿਹੜਾ ਸਰਕਾਰ ਦੇ ਖਿਲਾਫ ਬੋਲ ਰਿਹਾ, ਚਾਹੇ ਉਹ ਇੱਕ ਬੰਦਾ ਬੋਲ ਰਿਹਾ, ਚਾਹੇ ਗਰੁੱਪ ਬੋਲ ਰਿਹਾ, ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਹੀ ਇਦਾਂ ਹੋ ਰਿਹਾ। ਮੈਂ ਪਹਿਲਾਂ ਦੱਸਿਆ ਸੀ ਕਿ ਹੁਣ ਸਰਕਾਰ ਦਾ ਰੁੱਧ ਰੂਪ ਹੈ। ਤੁਸੀਂ ਆਪਾਂ ਜਦੋਂ ਸੰਘਰਸ਼ ਦੀ ਤੁਲਨਾ ਕਰ ਲਈਏ ਤਾਂ ਬੜੇ ਸੰਘਰਸ਼ ਪਹਿਲਾਂ ਵੀ ਹੋਏ ਨੇ। ਐਨਆਰਸੀ ਦੇ ਨਾਲ ਇਹਦੀ ਹੂਬਹੂ ਜਿਹੜੀ ਹੈ ਮੇਲ ਖਾਣ ਵਾਲੀ ਤਕਰੀਬ ਜਿਹੜੀ ਆ ਜੋੜੀ ਜਾ ਸਕਦੀ ਹੈ। ਹੁਣ ਸਰਕਾਰਾਂ ਕੀ ਕਰਦੀਆਂ, ਇੱਕ ਤਾਂ ਪਹਿਲਾਂ ਬੈਰੀਕੇਡਿੰਗ ਕਰ ਲਈ, 10 ਗੇਟ ਦੀ ਬੈਰੀਕੇਡਿੰਗ ਲਾਉਣਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਉਸ ਤੋਂ ਬਾਅਦ ਟ੍ਰੇਨਾਂ ਦੇ ਰੂਟ ਜਿਹੜੇ ਨੇ ਉਹ ਵੀ ਬਦਲੇ ਜਾ ਰਹੇ ਨੇ ਕਿ ਕੋਈ ਕਿਸਾਨ ਜਿਹੜਾ ਹੈ ਟ੍ਰੇਨ ਲੈ ਕੇ ਇੱਥੇ ਨਾ ਪਹੁੰਚ ਜਵੇ, ਅਸੀਂ ਜਿਹੜਾ ਹੈ ਇਸ ਚੀਜ਼ ਤੋਂ ਬਚਾ ਕਰ ਲਈਏ। ਪੱਤਰਕਾਰਾਂ ਦੇ ਉਹਦੀਆਂ ਗ੍ਰਿਫਤਾਰੀਆਂ ਹੋਣ ਡਈਆਂ, ਅੱਜ ਤੱਕ ਨਹੀਂ ਸੁਣਿਆ ਕਿ ਕਿਤੇ ਤੁਸੀਂ ਪੱਤਰਕਾਰਾਂ ਦੀਆਂ ਗ੍ਰਿਫਤਾਰੀਆਂ ਕਰ ਰਹੇ ਆ। ਮਨਦੀਪ ਪੂਨੀਆ ਤੋਂ ਇਲਾਵਾ ਬਹੁਤ ਸਾਰੇ ਹੋਰ ਪੱਤਰਕਾਰ ਵੀ ਜਿਹੜੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ। ਐਂਡ ਜੇ ਗੱਲ ਕੀਤੀ ਜਾਵੇ ਵੱਡੇ ਚੈਨਲਾਂ ਦੀ ਤਾਂ ਨਿਊਜ਼ 18 ਜਿਹੜਾ ਹੈ, ਪੰਜਾਬ ਦਾ ਨਿਊਜ਼ 18 ਜਿਹੜਾ ਬ੍ਰਾਂਚ ਹੈ, ਉਹਨਾਂ ਦੇ ਡਰਾਈਵਰ ਦੇ ਉੱਤੇ, ਉਹਨਾਂ ਦੇ ਮਾਈਕ ਵਾਲੇ ਦੇ ਉੱਤੇ, ਮਤਲਬ ਐਂਕਰ ਦੇ ਉੱਤੇ, ਔਰ ਉਹਨਾਂ ਦੇ ਜਿਹੜਾ ਟੈਕਨੀਕਲ ਐਕਸਪਰਟ ਸੀਗਾ ਉਹਨਾਂ ਦੇ ਉੱਤੇ ਵੀ ਹਮਲਾ ਹੋਇਆ, ਔਰ ਉਹਨਾਂ ਦੇ ਉੱਤੇ ਬੱਟੇ ਵੀ ਮਾਰੇ, ਉਹਨਾਂ ਦਾ ਜਿਹੜਾ ਮਾਈਕ ਹੈ ਜਾਂ ਕੈਮਰਾ ਜਿਹੜਾ ਉਹਨੂੰ ਵੀ ਇਹਨਾਂ ਨੇ ਜਿਹੜਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹ ਕਿਤੇ ਨਾ ਕਿਤੇ ਇੱਕ ਬਹੁਤ ਜਿਹੜਾ ਕਹ ਲਈਏ ਕਿ ਡੈਮੋਕ੍ਰੇਸੀ ਨਹੀਂ ਹੈ, ਡੈਮੋਕ੍ਰੇਸੀ ਦਾ ਇੱਕ ਬਦਲਵਾਂ ਰੂਪ ਹੈ ਜਿਹਨੂੰ ਅਸੀਂ ਕਹਿ ਰਹੇ ਹਾਂ ਕਿ ਡਿਕਟੇਟਰਸ਼ਿਪ ਵੱਲ ਵੱਧਦੀ ਜਾਂਦੀ ਡੈਮੋਕ੍ਰੇਸੀ। ਜੀ ਖੈਰ ਸਾਹਿਬ, ਹੁਣ ਜੇਕਰ ਇੱਕ ਹੋਰ ਦੁਬਾਰਾ ਗੱਲ ਕਰੀਏ ਕਿ ਸੁਪਰੀਮ ਕੋਰਟ ਦਾ ਹੁਣੇ ਬਿਆਨ ਆਇਆ, ਉਹਨਾਂ ਨੇ ਕਿਹਾ ਕਿ 26 ਜਨਵਰੀ 'ਚ ਜਿਹੜੀ ਵੀ ਦਿੱਲੀ 'ਚ ਜਿਹੜੀ ਘਟਨਾ ਹੋਈ ਹੈ ਅਸੀਂ ਉਹਦੇ 'ਤੇ ਦਖਲ ਨਹੀਂ ਦਿੰਦੇ। ਅਤੇ ਪੱਲਾ ਝਾੜਨ ਵਾਲੀ ਗੱਲ ਹੈ, ਨੋ ਡਾਊਟ, ਤੁਹਾਨੂੰ ਨਹੀਂ ਪਤਾ ਇੰਟਰਫੇਅਰ ਨਹੀਂ ਵੀ ਕਰਨਾ ਚਾਹੀਦਾ, ਪਰ ਫਿਰ ਵੀ ਸੁਪਰੀਮ ਕੋਰਟ ਤੋਂ ਹਰ ਕੋਈ ਉਮੀਦ ਕਰਦਾ ਹੈ। ਸੁਪਰੀਮ ਕੋਰਟ ਦੇਸ਼ ਦਾ ਸਰਵੋੱਚ ਅਦਾਲਤ ਹੈ, ਕੁਝ ਨਾ ਕੁਝ ਫੈਸਲਾ, ਕਿਉਂਕਿ ਲੋਕਾਂ ਨੇ ਸ਼ਾਇਦ ਮਜਬੂਰੀ ਸਮਝਣ ਦੀ ਕੋਸ਼ਿਸ਼ ਕਰੇਗਾ ਕਿ ਵਾਕਈ 'ਚ ਪੂਰਾ ਜਿਹੜਾ ਸੀਨ ਹੋਇਆ ਤੇ ਕਿਉਂ ਹੋਇਆ, ਕਿਵੇਂ ਹੋਇਆ, ਰੈਸੋਲੂਸ਼ਨ ਕੀ ਕਰਨਾ ਚਾਹੀਦਾ। ਚੰਗਾ ਤੇ ਇਹ ਹੁੰਦਾ ਕਿ ਅਗਰ ਸਾਹਮਣੇ ਆ ਕੇ ਕਹਿੰਦੇ ਕਿ ਜੋ ਹੋਇਆ ਮਾੜਾ ਹੋਇਆ, ਜਿਹਨਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਐਂਡ ਸੇਮ ਟਾਈਮ ਤੇ ਜਿਹੜੇ ਕਾਨੂੰਨਾਂ ਕਰਕੇ ਲੋਕ ਇੰਨੇ ਸਮੇਂ ਤੋਂ ਬੈਠੇ ਹੋਏ ਨੇ, ਅਸੀਂ ਇਹਨਾਂ ਨੂੰ ਅਗਲੀ ਕਿੰਨੀ ਵੀ ਕਾਰਵਾਈ ਤੱਕ ਉਸ ਨੂੰ ਪੂਰੀ ਚੰਗੀ ਤਰ੍ਹਾਂ ਬੰਦ ਹੀ ਕਰ ਦਿੰਦੇ ਜਦੋਂ ਤੱਕ ਸਰਕਾਰ ਮਤਲਬ ਆਪਣੀ ਰੂਲਿੰਗ ਵਿੱਚ ਹੈ, ਉਸ ਨੂੰ ਪੂਰੇ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ। ਪਰ ਸੁਪਰੀਮ ਕੋਰਟ ਸਿਰਫ ਤੇ ਸਿਰਫ ਇੱਕ ਬੁੱਤ ਵਾਂਗੂ, ਐਂਡ ਜਿਵੇਂ ਇੱਕ ਜਿਹੜੀ ਜਸਟਿਸ ਦੀ ਜਿਹੜੀ ਇੱਕ ਪੂਰੀ ਮੂਰਤੀ ਹੁੰਦੀ ਹੈ, ਜਿਹੜੀ ਅੱਖਾਂ ਦੀ ਪੱਟੀ ਬਣ ਕੇ ਬੈਠੀ ਹੁੰਦੀ ਹੈ, ਸੇਮ ਉਹੀ ਕੰਮ ਕਰ ਰਹੀ ਹੈ ਸਾਡੀ ਸੁਪਰੀਮ ਕੋਰਟ। ਦੇਖੋ, ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਤੁਸੀਂ ਕਹਿੰਦੇ ਹੋ ਕਿ ਜਸਟਿਸ ਦੀ ਮੂਰਤੀ ਜਿਹੜੀ ਹੈ ਉਹ ਅੱਖਾਂ ਤੇ ਪੱਟੀ ਬਣ ਕੇ ਉਹਦੇ ਹੱਥ 'ਚ ਤਰਾਜੂ ਵੀ ਹੁੰਦਾ ਹੈ, ਉਹਦਾ ਮਤਲਬ ਕਿ ਮੈਂ ਅੱਖਾਂ ਬੰਦ ਕਰਕੇ ਤਰਾਜੂ ਤੋਲ ਰਹੀ ਹਾਂ, ਮੈਨੂੰ ਨਹੀਂ ਪਤਾ ਕਿਹੜੀ ਧਿਰ ਦੇ ਸਾਹਮਣੇ ਕੌਣ ਆ ਤੇ ਕਿਹੜੀ ਧਿਰ ਦੇ ਸਾਹਮਣੇ ਕੌਣ ਆ। ਇੱਥੇ ਜਿਹੜੀ ਹੈ ਬਾਕੀ ਤਰਾਜੂ ਤਾਂ ਫੜਿਆ ਹੋਇਆ, ਪਰ ਉਹ ਪੱਟੀ ਅੱਖਾਂ ਤੋਂ ਲਾ ਦਿੱਤੀ ਹੈ। ਹੁਣ ਉਹਨੂੰ ਪਤਾ ਹੈ ਕਿ ਮੈਂ ਕਿਹਦੇ ਨਾਲ ਜਿਹੜਾ ਹੈ ਇੱਕ ਚੰਗਾ ਵਿਤਕਰਾ ਕਰਨਾ ਹੈ ਤੇ ਕਿਹਦੇ ਨਾਲ ਮੈਂ ਘੱਟ ਵਿਤਕਰਾ ਕਰਨਾ ਹੈ। ਜਦੋਂ ਅਸੀਂ ਮਾਣਯੋਗ ਅਦਾਲਤ ਕਹਿੰਦੇ ਹਾਂ ਤਾਂ ਸੁਪਰੀਮ ਕੋਰਟ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਹੁਣ ਕਿਤੇ ਨਾ ਕਿਤੇ ਸੁਪਰੀਮ ਕੋਰਟ ਨੇ ਜਿਹੜੇ ਪਿਛਲੇ ਵੀ ਫੈਸਲੇ ਲਏ ਨੇ ਉਹ ਇਦਾਂ ਦੇ ਫੈਸਲੇ ਸੀ ਜਿਨ੍ਹਾਂ ਦੇ ਉੱਤੇ ਸਵਾਲ ਉਠਾਇਆ ਜਾ ਸਕਦਾ ਸੀ। ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਇਮੇਜ ਜਿਹੜੀਆਂ ਨੇ ਉਹਨਾਂ ਨੂੰ ਸੁਧਾਰ ਕਰਨ, ਨਹੀਂ ਤਾਂ ਇਹ ਇੱਕ ਤਰੀਕੇ ਨਾਲ ਬਹੁਤ ਵੱਡਾ ਘਾਤਕ ਹੋ ਸਕਦਾ ਹੈ ਪੂਰੇ ਦੇਸ਼ ਦੇ ਲਈ। ਜੀ ਖੈਰ ਸਾਹਿਬ, ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਕਿ ਰਾਕੇਸ਼ ਟਕੈਤ ਦੇ ਰੌਣ ਤੋਂ ਬਾਅਦ ਕਾਫੀ ਸਾਰੇ ਸਿਆਸੀ ਧਿਰਾਂ ਦੇ ਜਿਹੜੇ ਮੇਨ ਆਗੂ ਨੇ ਉੱਥੇ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਕਿਤੇ ਨਾ ਕਿਤੇ ਭਾਵੇਂ ਦਿਖਾਵਾ ਭਾਵੇਂ ਪ੍ਰਗਟਾਵਾ ਕੁਝ ਵੀ, ਪਰ ਉਹਨਾਂ ਨੇ ਸਪੋਰਟ ਆਪਣੀ ਜ਼ਾਹਰ ਕੀਤੀ, ਜਿਸ ਵਿੱਚ ਕਾਫੀ ਸਾਰੇ ਨਾਮ ਨੇ। ਆਮ ਆਦਮੀ ਪਾਰਟੀ ਦੇ ਜਿਹੜੇ ਡਿਪਟੀ ਸੀਐਮ ਨੇ ਮਨੀਸ਼ ਸਿਸੋਦੀਆ, ਉਹ ਵੀ ਉੱਥੇ ਪਹੁੰਚਦੇ ਨੇ, ਹੋਰਾਂ ਪਾਰਟੀ ਦੇ ਵੀ ਪਹੁੰਚੇ ਨੇ, ਐਂਡ ਕੱਲ ਉੱਥੇ ਮਹਾਰਾਸ਼ਟਰ ਤੋਂ ਇੱਕ ਕਾਫੀ ਵੱਡੇ ਜਿਹੜੇ ਲੀਡਰ ਨੇ ਸ਼ਿਵ ਸੈਨਾ ਦੇ ਸੰਜੇ ਰੌਤ ਹੋਣੀ, ਉਹ ਵੀ ਉੱਥੇ ਪਹੁੰਚਦੇ ਨੇ। ਸੋ ਜਿਹੜੀਆਂ ਚੀਜ਼ਾਂ ਹੁਣ ਸਿਆਸੀ ਜਿਹੜੀਆਂ ਪਾਰਟੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਛੋਟੀ ਜਿਹੀ ਦਰਵਾਜ਼ਾ ਖੋਲ ਕੇ ਅੰਦਰ ਆਉਣ ਦੀ ਪਰਮਿਸ਼ਨ ਦਿੱਤੀ ਜਾ ਰਹੀ ਹੈ, ਉਹਨਾਂ ਬਾਰੇ ਕੀ ਕਹਿੰਦੇ ਹੋ? ਦੇਖੋ, ਮੈਂ ਅੱਗੇ ਵੀ ਕਹਿੰਦਾ ਕਿ ਲੋਕਤੰਤਰ ਆ, ਲੋਕਤੰਤਰ ਦੇ ਵਿੱਚ ਹਰ ਕੋਈ ਜਿਹੜਾ ਹੈ ਉਹ ਬੋਲ ਸਕਦਾ ਹੈ ਔਰ ਹਰ ਕੋਈ ਚੰਗੀ ਚੀਜ਼ ਦਾ ਸਾਥ ਦੇ ਸਕਦਾ ਹੈ।
ਪੋਲੀਟੀਕਲ ਪਾਰਟੀਆਂ ਨੂੰ ਸਟੇਜ ਤੋਂ ਬੋਲਣ ਦੀ ਮਨਾਹੀ ਹੈ ਔਰ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਕਿਸਾਨ ਜਥੇਬੰਦੀਆਂ ਨੇ ਜਾਂ ਕਿਸੇ ਹੋਰ ਪੋਲੀਟੀਕਲ ਪਾਰਟੀ ਨੂੰ ਇਸ ਕਰਕੇ ਮਨਾ ਕੀਤਾ ਸੀਗਾ ਕਿ ਬਈ ਇਹ ਨਾ ਹੋ ਜਾਵੇ ਕੱਲ੍ਹ ਨੂੰ ਕਹੇ ਕਿ ਫਲਾਨੀ ਪੋਲੀਟੀਕਲ ਪਾਰਟੀ ਦਾ ਰੰਗਣ ਰੰਗ ਗਿਆ, ਫਲਾਨੀ ਪੋਲੀਟੀਕਲ ਪਾਰਟੀ ਦਾ ਰੰਗਣ ਲੱਗ ਗਿਆ, ਕਿਉਂਕਿ ਅਸੀਂ ਨਿਰੋਲ ਇਹਨੂੰ ਕਿਸਾਨੀ ਦਾ ਸੰਘਰਸ਼ ਮੰਨਣਾ ਚਾਹੁੰਦੇ ਹਾਂ ਜੀ। ਹੁਣ ਗੱਲ ਕੀ ਹੋਈ ਹੈ ਕਿ ਤਕਰੀਰ ਤੋਂ ਬਾਅਦ ਜਿਹੜੀ ਉਹਨਾਂ ਨੇ ਤਕਰੀਰ ਕੀਤੀ ਸੀ, ਭਾਵਕ ਤਕਰੀਰ ਕੀਤੀ ਸੀਗੀ, ਉਸ ਤਕਰੀਰ ਤੋਂ ਬਾਅਦ ਜਿਹੜਾ ਹੈ ਇੱਕ ਚੰਗਾ ਮੁਹਾਰਾ ਖੁੱਲ ਗਿਆ ਜੀ। ਹੁਣ ਉਹ ਆ ਰਹੇ ਨੇ ਕਿ ਦੱਸਣ ਕਿ ਸਾਡੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਤੁਹਾਡੇ ਨਾਲ ਨੇ ਜੀ। ਹੁਣ ਮਹਾਰਾਸ਼ਟਰ ਦੀ ਗੱਲ ਕਰੀਏ ਤੇ ਉੱਥੇ ਕਿਸਾਨੀ ਤਬਕਾ ਬਹੁਤ ਵੱਡਾ ਹੈ ਔਰ ਉਹ ਐਕਟਿਵ ਕਿਸਾਨੀ ਤਬਕਾ ਹੈ ਜਿਹੜਾ ਨੰਗੇ ਪੈਰੀ ਚੱਲ ਕੇ ਮਹਾਰਾਸ਼ਟਰ ਦੇ ਅੰਦਰ ਆਉਂਦਾ ਹੈ, ਰਿਲਾਇੰਸ ਵਰਗੇ ਮੌਲਾਂ ਦੇ ਖਿਲਾਫ ਉਹਨਾਂ ਦੇ ਸਾਹਮਣੇ ਖੜੇ ਹੋ ਕੇ ਪ੍ਰਦਰਸ਼ਨ ਕਰਦਾ ਹੈ। ਸੋ ਇੱਕ ਚੰਗੀ ਖਬਰ ਹੈ ਜਦੋਂ ਪੋਲੀਟੀਕਲ ਪਾਰਟੀਆਂ ਆਉਂਦੀਆਂ ਨੇ, ਪਰ ਇੱਥੇ ਇੱਕ ਧਿਆਨ ਦੇਣ ਵਾਲੀ ਗੱਲ ਹੈ ਰਿਕੇਸ਼ ਟਕੈਤ ਹੋਣਾ ਨੂੰ ਵੀ, ਉਹ ਕਿਸੇ ਪਾਰਟੀ ਦਾ ਜਿਹੜਾ ਹੈ ਸਾਥ ਦੇਣ ਤੋਂ ਪਹਿਲਾਂ ਜਾਂ ਉਸ ਪਾਰਟੀ ਦੇ ਬਾਰੇ ਗੱਲ ਕਹਿਣ ਤੋਂ ਪਹਿਲਾਂ ਤੋਲ ਮੋਲ ਕੇ ਸੋਚਣ, ਕਿਉਂਕਿ ਹੁਣ ਆਪਾਂ ਕਹਿ ਲਈਏ ਕਿ ਬਾਤ ਦਾ ਬਤੰਗੜ ਜਿਹੜਾ ਹੈ ਉਹ ਵੀ ਬਣਨਾ ਉੱਡਾ ਹੀ ਲਾਜ਼ਮੀ ਹੁੰਦਾ ਹੈ ਜਿੱਡਾ ਸਾਡਾ ਸੰਘਰਸ਼ ਲਾਜ਼ਮੀ ਹੈ ਜੀ। ਬਾਕੀ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਤੋਲ ਮੋਲ ਕੇ ਬੋਲਣਾ ਪੈਣਾ, ਕਿਉਂਕਿ ਜਿਹੜੀ ਰੂਲਿੰਗ ਪਾਰਟੀ ਹੈ ਉਹਨੂੰ ਕਿਤੇ ਕਿਤੇ ਮੌਕਾ ਮਿਲ ਸਕਦਾ ਹੈ ਕਿ ਹਾਂ ਵੀ ਆਹ ਜਿਹੜੀ ਵਿਰੋਧੀ ਧਿਰ ਹੈ ਉਹ ਇਸ ਵਿੱਚ ਦੰਗੇ ਕਰਾਉਣ ਦੀ ਕੋਸ਼ਿਸ਼ ਕਰ ਰਹੀ ਜਾਂ ਹੋਰ ਵੀ ਚੀਜ਼ਾਂ ਨੂੰ ਇਸ ਵਿੱਚ ਐਡ ਆਨ ਕਰਨ ਦੀ, ਮਤਲਬ ਆਪਾਂ ਕਹਿਣ ਦੀ ਕਿਸੇ ਨੂੰ ਲੋੜ ਹੀ ਕਾਹਤੋਂ ਪੈਣ ਦੀ ਹੈ। ਸੋ ਉਹਨਾਂ ਨੂੰ ਉਸ ਗੱਲ ਦੀ ਸੋਚਣਾ ਪਏਗਾ। ਸੋ ਖੈਰ ਸਿਰਫ ਇੱਕ ਹੋਰ ਗੱਲ ਕਰਦੀ ਜਾਂਦੇ ਜਾਂਦੇ ਇੱਕ ਲਾਸਟ ਗੱਲ ਕਰਦੀ ਹੈ ਕਿ ਦਿੱਲੀ ਸਰਕਾਰ ਨੇ ਹੁਣ ਦੀਪ ਸਿੱਧੂ ਹੋਣਾ ਤੇ ਹੋਰ 7-8 ਲੋਕਾਂ ਦੇ ਉੱਪਰ ਇਨਾਮੀ ਜਿਹੜੀ ਘੋਸ਼ਣਾ ਰਕਮ ਜਿਹੜੀ ਹੈ ਘੋਸ਼ਣਾ ਕਰ ਦਿੱਤੀ ਹੈ ਕਿ ਜਿਹੜਾ ਲੋਕ ਇਹਨਾਂ ਦੀ ਜਾਣਕਾਰੀ ਦੇਗਾ ਅਸੀਂ ਉਹਨਾਂ ਨੂੰ ਪੈਸੇ ਦੇਵਾਂਗੇ। 3 ਕੁ ਨਾਮ ਅਜਿਹੇ ਨੇ, ਮੈਂ ਨਾਮ ਲੈ ਲੈਣਾ, ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ ਤੇ ਗੁਰਜਟ ਸਿੰਘ, ਮਾਫ ਕਰਨਾ 4 ਨਾਮ ਨੇ ਜਿਨ੍ਹਾਂ ਦੇ ਉੱਪਰ 1 ਲੱਖ ਰੁਪਏ ਦਾ ਨਾਮ ਰੱਖਿਆ ਗਿਆ, ਜਦ ਕਿ ਜਗਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਤੇ ਇਕਬਾਲ ਸਿੰਘ ਦੀ ਜਾਣਕਾਰੀ ਦੇਣ ਵਾਲੇ ਨੂੰ 50,000 ਦੀ ਰਾਸ਼ੀ ਤੱਕ ਜਿਹੜੀ ਹੈ ਉਹ ਦਿੱਤੀ ਜਾਣੀ ਹੈ। ਸੋ ਆ ਹੁਣ ਦਿੱਲੀ ਸਰਕਾਰ ਨੇ ਨਵਾਂ ਪੈਂਤੜਾ ਕਹਿ ਲਓ ਜਾਂ ਕੁਝ ਵੀ ਕਹਿ ਲਓ ਕਿ ਤਾਂ ਜੋ ਲੋਕਾਂ ਦੇ ਵਿੱਚ ਦੁਬਾਰਾ ਉਹ ਜਿਹੜੀ ਗੱਲ ਹੈ ਉਹ ਕੰਟੀਨਿਊ ਰਵੇ ਕਿ ਇਹਨਾਂ ਨੇ ਜੋ ਕੀਤਾ ਗਲਤ ਕੀਤਾ, ਜਾਂ ਫਿਰ ਹਾਲੇ ਵੀ ਸਾਨੂੰ ਚੀਜ਼ ਦੀ ਬੜੀ ਦਰਦ ਹੈ, ਜਿਵੇਂ ਕਿ ਮੋਦੀ ਸਾਹਿਬ ਉਹਨਾਂ ਨੇ ਦੁਬਾਰਾ ਫੇਰ ਕਿਹਾ ਸੀਗਾ ਆਪਣੇ ਮਨ ਕੀ ਬਾਤ ਵਿੱਚ ਕਿ ਪੂਰਾ ਜਿਹੜਾ ਦੇਸ਼ ਹੈ ਉਹ ਇਸ ਵਕਤ ਕੀ ਕਹਿੰਦੇ ਕਿ ਸੈਡ ਸੀਗਾ, ਹੈ ਨਾ, ਉਹਨਾਂ ਨੂੰ ਧੱਕਾ ਲੱਗ ਗਿਆ ਕਿ ਏਡੀ ਵੱਡੀ ਗੱਲ ਹੋ ਗਈ ਆ। ਜਦ ਕਿ ਅਸੀਂ ਕਾਫੀ ਸਾਰੀ ਵੀਡੀਓਜ਼ ਵੀ ਉਸ ਤੋਂ ਬਾਅਦ ਵਿੱਚ ਲਾਈਆਂ ਦਿਖਾਈਆਂ ਵੀ ਕਿ ਸਿਰਫ ਉਹ ਘਟਨਾ ਨਹੀਂ ਹੋਈ, ਉਸ ਤੋਂ ਬਾਅਦ ਹੋਰਾਂ ਲੋਕਾਂ ਨੇ ਸਭ ਤੋਂ ਸਿਖਰ ਤੇ ਚੜ੍ਹ ਕੇ ਵੀ ਤਿਰੰਗਾ ਲਹਿਰਾਇਆ, ਪਰ ਗੋਦੀ ਮੀਡੀਆ ਨੇ ਸਿਰਫ ਇੱਕੋ ਹੀ ਚੀਜ਼ ਬਾਰ-ਬਾਰ ਦਿਖਾ ਕੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਚੀਜ਼ ਪੈਦਾ ਕਰ ਦਿੱਤੀ ਕਿ ਦੇਖੋ ਆ ਜਿਹੜੇ ਕਿਸਾਨ ਨੇ, ਕਿਸਾਨ ਨਹੀਂ ਇਹ ਆਤੰਕਵਾਦੀ ਨੇ। ਸੋ ਗੋਦੀ ਮੀਡੀਆ ਦਾ ਰੋਲ ਸੀਗਾ, ਸੇਮ ਟਾਈਮ ਤੇ ਸਰਕਾਰਾਂ ਦਾ ਰੋਲ ਸੀਗਾ ਲੋਕਾਂ ਦੇ ਵਿੱਚ ਇਹੋ ਜਿਹੀ ਨਫ਼ਰਤ ਪੈਦਾ ਕਰਨਾ। ਉਹ ਲੋਕੀ ਸਮਝਦਾਰ ਨੇ, ਲੋਕਾਂ ਨੂੰ ਪਤਾ ਚੱਲ ਚੁੱਕਾ ਕਿਉਂਕਿ ਨਰੋਲੀ ਜਿਹੜਾ ਸਾਡਾ ਕਿਸਾਨੀ ਅੰਦੋਲਨ ਚੱਲ ਰਿਹਾ ਉਸ ਵਿੱਚ ਕੋਈ ਜਾਤ ਨਹੀਂ ਵੇਖੀ ਜਾ ਰਹੀ, ਕੋਈ ਸਟੇਟ ਨਹੀਂ ਵੇਖੀ ਜਾ ਰਹੀ। ਹਰ ਇਨਸਾਨ ਜਿਸ ਨੂੰ ਲੋਕਤੰਤਰ ਨਾਲ ਪਿਆਰ ਹੈ, ਜਿਸ ਨੂੰ ਕਿਸਾਨਾਂ ਨਾਲ ਪਿਆਰ ਹੈ ਤੇ ਸਰਕਾਰ ਖਿਲਾਫ ਆਵਾਜ਼ ਚੁੱਕਣਾ ਜਾਣਦਾ ਹੈ, ਉਹ ਉੱਥੇ ਬੈਠਾ ਹੋਇਆ ਤੇ ਜਿਹੜੀ ਸਰਕਾਰ ਦੀ ਜਿਹੜੀਆਂ ਨਿਰੰਤਰ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਫੇਲ ਹੁੰਦੀਆਂ ਜਾ ਰਹੀਆਂ ਨੇ। ਵਾਕਈ ਨਿਰੋਲ ਸੰਘਰਸ਼ ਕਿਸਾਨੀ ਦਾ ਸੰਘਰਸ਼ ਹੈ। ਜਦੋਂ ਅਸੀਂ ਸਾਡੇ ਦਰਬਾਰ ਸਾਹਿਬ ਦੀ ਗੱਲ ਕਰਦੇ ਹਾਂ ਤੇ ਉੱਥੇ 4 ਦਰਵਾਜ਼ੇ ਨੇ ਕਿ ਕੋਈ ਵੀ ਕਿਸੇ ਧਰਮ ਦਾ ਬੰਦਾ ਕਦੋਂ ਵੀ ਆ ਕੇ ਸਿਰ ਨਿਭਾਏ, ਚਾਹੇ ਸਿਰ ਨਹੀਂ ਵੀ ਨਿਭਾਉਂਦਾ, ਜੇ ਉਹ ਸਾਨੂੰ ਦੇਖਣ ਆਇਆ ਤੇ ਉਹ ਆਏ ਤੇ ਸਾਡਾ ਜਿਹੜਾ ਲੰਗਰ ਪਾਣੀ ਚੱਲਦਾ ਹੈ ਉਹਨੂੰ ਛਕ ਲੈ। ਬਿਲਕੁਲ ਇਸੇ ਤਰੀਕੇ ਦੇ ਨਾਲ ਜਿਹੜਾ ਕਿਸਾਨੀ ਸੰਘਰਸ਼ ਹੈ ਉਹਦੇ ਵਿੱਚ ਵੀ ਧਾਰਮਿਕ ਰੰਗਣ ਤੇ ਹੁੰਦਾ ਹੀ ਆ, ਚਾਹੇ ਉਹ ਹਰਿਆਣੇ ਦੇ ਲੋਕ ਹੋਣ, ਚਾਹੇ ਉਹ ਯੂਪੀ ਦੇ ਲੋਕ ਹੋਣ, ਚਾਹੇ ਪੰਜਾਬੀ ਲੋਕ ਹੋਣ। ਉਹਨਾਂ ਦੀਆਂ ਰਹਿਤਲਾਂ, ਉਹਨਾਂ ਦਾ ਇਤਿਹਾਸ ਹਮੇਸ਼ਾ ਉਹਨਾਂ ਦੇ ਨਾਲ ਗਵਾਹੀ ਭਰਦਾ ਰਹਿੰਦਾ ਜੀ। ਅਖੀਰ ਦੇ ਵਿੱਚ ਇਹੀ ਕਹਿਣਾ ਚਾਹੁੰਦਾ, ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਹਨ ਭਾਈ ਭਾਈ। ਇੱਦਾਂ ਹੀ ਕਿਸਾਨੀ ਸੰਘਰਸ਼ ਹੈ, ਉਹਨੂੰ ਅਸੀਂ ਜੋੜ ਕੇ ਇਕੱਠੇ ਹੋ ਕੇ ਜਿਹੜਾ ਹੈ ਉਹ ਜਿੱਤਣਾ ਹੈ ਜੀ। ਦੋਸਤੋ ਆ ਸੀ ਸਾਡਾ ਪ੍ਰੋਗਰਾਮ ਮੁੱਦਾ, ਤੇ ਜਿਵੇਂ ਕਿ ਖਹਿਰਾ ਸਾਹਿਬ ਨੇ ਪ੍ਰੋਗਰਾਮ ਦੀ ਸਟਾਰਟਿੰਗ ਵਿੱਚ ਕਿਹਾ ਕਿ ਅਸੀਂ ਪਹਿਲੀ ਮਰਤਬਾ ਤੁਹਾਡੇ ਨਾਲ ਲਾਈਵ ਜੁੜਨ ਦੀ ਕੋਸ਼ਿਸ਼ ਕੀਤੀ ਹੈ। ਜੇ ਕੋਈ ਵੱਧ ਘੱਟ ਹੋਈ ਹੋਵੇ ਤਾਂ ਮਾਫੀ ਮੰਗਦੇ ਹਾਂ ਪਹਿਲਾਂ ਹੀ। ਤੇ ਇਸ ਤੋਂ ਇਲਾਵਾ ਸਾਡੇ ਜਿਹੜੇ ਹੋਰ ਪ੍ਰੋਗਰਾਮ ਸੀ ਤੁਸੀਂ ਦੇਖਦੇ ਰਹੋ ਸਾਨੂੰ ਪੰਜਾਬ ਮੇਲ USA TV ਦੇ ਉੱਪਰ। ਸਾਡਾ YouTube ਚੈਨਲ ਪੰਜਾਬ ਮੇਲ USA TV, ਤੁਸੀਂ ਇਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਐਂਡ ਵੈਲਿਊਏਬਲ ਕਮੈਂਟ ਆਪਣੇ ਦੇ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।